ਤਾਂ ਬਾਰਡਰ ਪੁਲਿਸ ਹੀ ਸਾਨੂੰ ਅੱਗੇ ਨਹੀਂ ਜਾਣ ਦੇ ਰਹੀ ਸੀ ਵੀ ਤੁਸੀਂ ਦੁਬਾਰਾ ਲਾਈਨ 'ਚ ਲੱਗੋ। ਜੇ ਅਸੀਂ ਕਹਿੰਦੇ ਹੁੰਦੇ ਸੀ, ਸਮਝਾਉਣ ਜਾਂਦੇ ਸੀ ਵੀ ਹਾਂ ਸਾਡਾ ਲੱਗੇਜ ਹੈ ਉੱਥੇ, ਤਾਂ ਉਹ ਮਾਰਨ ਦੀ ਕੋਸ਼ਿਸ਼ ਕਰਦੇ ਕਿ ਉੱਥੇ ਕੁੱਟਮਾਰ ਕੀਤੀ ਗਈ ਹੈ। ਉੱਥੇ ਜਿਹੜੇ ਸੁਰੱਖਿਆ ਬਲ ਲੱਗੇ ਹੋਏ ਆ ਉਹਨਾਂ ਨੇ ਕੁੜੀਆਂ ਦੀ ਖਿੱਚ-ਧੋ ਕੀਤੀ ਹੈ। ਉਹ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਉਹ ਕਿਹੜੀ ਸਰਹੱਦ ਦਾ ਮਾਮਲਾ ਹੈ, ਤੁਹਾਨੂੰ ਪਤਾ ਹੈ ਉਸ ਬਾਰੇ ਕੁਝ? ਸਰ ਵੀਡੀਓ ਤਾਂ ਇਦਾਂ ਦੀਆਂ ਬਹੁਤ ਵਾਇਰਲ ਹੋਈਆਂ, ਸਾਡੇ ਬਾਰਡਰ ਦੀ ਵੀ ਇਦਾਂ ਦੀ ਵਾਇਰਲ ਹੋਈ ਹੈ ਵੀਡੀਓ। ਅੱਛਾ। ਸਾਡੇ ਸਾਹਮਣੇ ਹੀ 2-3 ਕੁੜੀਆਂ ਨੂੰ ਮਾਰਿਆ ਉਹਨਾਂ ਨੇ, ਤੇ ਅਸੀਂ ਜੇ ਅਪੋਜ਼ ਕਰਨ ਜਾਂਦੇ ਤਾਂ ਸਾਨੂੰ ਵੀ ਮਾਰਿਆ ਗਿਆ। ਮੇਰੇ ਵੀ ਕੁਝ ਫਰੈਂਡਸ ਆ, ਉਹਨਾਂ ਦੇ ਵੀ ਬਹੁਤ ਮਾਰਿਆ ਉਹਨਾਂ ਨੇ, ਉਹਨਾਂ ਦੀ ਜੈਕਟਾਂ ਜੁਕਟਾਂ ਵੀ ਫਟੀਆਂ ਉੱਥੇ। ਕੁੜੀਆਂ ਨੂੰ ਉਹਨਾਂ ਨੇ ਜਾਨ ਦੇਤਾ। ਜਦੋਂ ਉਹ ਕੁੜੀਆਂ ਅੰਦਰੋਂ ਕਹਿੰਦੀਆਂ ਸੀਗੀਆਂ ਵੀ ਮੁੰਡਿਆਂ ਨੂੰ ਆਣ ਦਿਓ, ਵੀ ਉਹ ਵੀ ਸਾਡੇ ਨਾਲ ਦੇ ਹੀ ਹੈ, ਤਾਂ ਉਹਨਾਂ ਕੁੜੀਆਂ ਨੂੰ ਵੀ ਮਾਰਨ ਦੀ ਉਹਨਾਂ ਨੇ ਕੋਸ਼ਿਸ਼। ਸਾਡੇ ਕੋਲ ਆਪਣਾ ਲਗੇਜ ਵੀ ਸੀਗਾ, ਇੱਕ ਬੈਗ ਸੀਗਾ ਵੀ ਹਾਂ ਥੋੜਾ ਸੇਫਟੀ ਪਰਪਸਿਸ ਲਈ, ਥੋੜੇ ਕੱਪੜੇ ਹੋ ਗਏ, ਖਾਣਾ ਪੀਣਾ ਹੋ ਗਿਆ ਜਾਂ ਮੈਡੀਕਲ ਸਰਵਿਸਿਜ਼ ਹੋ ਗਏ, ਇਹ ਸਭ ਮਤਲਬ ਅਸੀਂ ਨਾਲ ਰੱਖਿਆ ਹੋਇਆ ਸੀ। ਇੱਕ ਬੈਗ ਸੀ। ਤੇ ਜਦੋਂ ਸਾਨੂੰ 30 ਕਿਲੋਮੀਟਰ ਪਹਿਲਾਂ ਛੱਡਤਾ ਉਹਨੇ, ਤਾਂ ਸਾਨੂੰ ਬਸ ਇਹ ਉੱਤਰ ਕੇ ਹੋ ਰਿਹਾ ਸੀਗਾ ਵੀ ਇੱਕ ਤਾਂ 30 ਕਿਲੋਮੀਟਰ ਚੱਲਣਾ ਕੋਈ ਆਸਾਨ ਨਹੀਂ ਹੈ, ਤੇ ਉਸ ਤੋਂ ਬਾਅਦ ਪਾਣੀ ਦਾ ਸਾਨੂੰ ਦਿੱਕਤ ਸੀ ਤੇ ਲਗੇਜ ਦਾ ਵੀ। ਅਸੀਂ ਇੰਨਾ ਸਮਾਨ ਲੈ ਕੇ 30 ਕਿਲੋਮੀਟਰ ਚੱਲ ਕੇ ਪਤਾ ਨਹੀਂ ਕਦੋਂ ਤੱਕ ਪਹੁੰਚਾਂਗੇ। ਚੱਲ ਕੇ ਫਸਟ ਚੈੱਕ ਪੁਆਇੰਟ ਤੇ ਪਹੁੰਚੇ ਆ। ਉਸ ਟਾਈਮ ਪੁਲਿਸ ਵਾਲਿਆਂ ਨੇ ਸਾਨੂੰ ਰੋਕ ਲਿਆ ਸੀ ਤੇ ਰਾਤ ਦੇ 12 ਵਜੇ ਦਾ ਟਾਈਮ ਸੀਗਾ। ਅੱਛਾ। -10 ਡਿਗਰੀ ਟੈਂਪਰੇਚਰ ਹੋ ਗਿਆ ਸੀ। ਸਾਡੇ ਕੋਲ ਉੱਥੇ ਨਾ ਕੋਈ ਕੰਬਲ ਸੀਗਾ, ਸਿਰਫ ਅਸੀਂ ਜਿਹੜੇ ਕੱਪੜੇ ਪਾ ਕੇ ਗਏ ਸੀ, ਜੈਕਟ ਜੁਕਟ ਸੀ, ਉਹੀ ਸੀਗਾ। ਬਸ ਸਾਡੇ ਕੋਲ ਇੱਕ ਸਾਥ ਸੀਗਾ ਦੋਸਤਾਂ ਦਾ, ਵੀ ਅਸੀਂ ਉੱਥੇ ਦੋਸਤਾਂ ਨਾਲ ਖੜੇ ਸੀ, ਆਪਸ ਥੋੜੀ ਗੱਲ ਕਰ ਰਹੇ ਸੀਗੇ, ਗੱਲਾਂ ਬਾਤਾਂ ਨਾਲ ਹੀ ਟਾਈਮ ਅਸੀਂ ਪਾਸ ਕੀਤਾ ਆਪਣਾ। ਬੀਚ ਪ੍ਰੋਵਾਈਡ ਕਰ ਰਿਹਾ, ਜਿਵੇਂ ਪਾਣੀ, ਖਾਣਾ ਪੀਣਾ ਜਾਂ ਮੈਡੀਕਲ ਸਰਵਿਸਿਜ਼, ਇਹ ਸਭ ਫ੍ਰੀ ਚ ਹੋ ਰਿਹਾ ਹੈ। ਅੱਛਾ। ਤੇ ਜਿਵੇਂ ਅਸੀਂ ਆਪਣੇ ਏਰੀਆ 'ਚ ਵੀ ਸੀਗੇ ਜਦੋਂ ਉਸ ਟਾਈਮ ਤੇ, ਤਾਂ ਉਸ ਟਾਈਮ ਵੀ ਸਾਡੇ ਲੋਕਲਸ ਜਿਹੜੇ ਸੀ ਉਹ ਹੈਲਪਫੁਲ ਸੀਗੇ। ਜਿਵੇਂ ਪੁੱਛ ਰਹੇ ਆ ਕੇ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਜਾਂ ਤੁਹਾਨੂੰ ਕੋਈ ਹੈਲਪ ਚਾਹੀਦੀ ਹੋਵੇ ਤਾਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਮਦਦ ਕਰਾਂਗੇ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਜਤਿੰਦਰ ਸਿੰਘ। ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਬਹੁਤ ਸਾਰੇ ਸ਼ਹਿਰਾਂ ਦੇ ਉੱਤੇ ਆ ਕੇ ਰੂਸ ਦੀ ਫੌਜ ਦੇ ਵੱਲੋਂ ਹਮਲੇ ਕੀਤੇ ਗਏ, ਜਿੱਥੇ ਕਿ ਲੋਕ ਵੀ ਪ੍ਰਭਾਵਿਤ ਹੋਏ ਨੇ, ਉੱਥੇ ਦੀਆਂ ਇਮਾਰਤਾਂ ਪ੍ਰਭਾਵਿਤ ਹੋਈਆਂ ਨੇ, ਉੱਥੇ ਜਿਹੜਾ ਰਹਿਣ ਸਹਿਣ ਸੀ, ਜਿਹੜਾ ਖਾਣ ਪੀਣ ਸੀ, ਉਹਦੇ ਪ੍ਰਬੰਧ ਉਹ ਸਾਰੇ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਏ ਨੇ। ਔਰ ਇਸ ਸਭ ਦੇ ਵਿਚਾਲੇ ਬਹੁਤ ਸਾਰੇ ਦੇਸ਼ਾਂ ਦੇ ਵੱਖ-ਵੱਖ ਪ੍ਰਤੀਕਰਮ ਆ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਵੱਡਾ ਸਵਾਲ ਇਹ ਹੈ ਕਿ ਉੱਥੇ ਜਿਹੜੇ ਲੋਕ ਰਹਿ ਰਹੇ ਹੈ ਜਾਂ ਫਿਰ ਉੱਥੇ ਬਾਹਰਲੇ ਦੇਸ਼ਾਂ ਤੋਂ ਜਿਹੜੇ ਵਿਦਿਆਰਥੀ ਪੜ੍ਹਨ ਦੇ ਲਈ ਗਏ ਹੋਏ ਆ, ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਜੰਗ ਸ਼ੁਰੂ ਹੋਈ ਉਸ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਕੀ ਸੁਖਾਵੇਂ ਕੁਝ ਨਜ਼ਰ ਆ ਰਹੇ ਹੈ ਜਾਂ ਫਿਰ ਬਦ ਤੋਂ ਬੱਤਰ ਹੁੰਦੇ ਨਜ਼ਰ ਆ ਰਹੇ ਨੇ। ਬਹੁਤ ਸਾਰੇ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਸੀ। ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਕੱਲ ਵੀ ਇੱਕ ਵਿਦਿਆਰਥੀ ਦੇ ਨਾਲ ਅਸੀਂ ਇਸ ਸਭ ਦੇ ਬਾਬਤ ਇੰਟਰਵਿਊ ਕਰਕੇ ਉੱਥੋਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਫਿਰ ਇੱਕ ਵਿਦਿਆਰਥੀ ਦੇ ਨਾਲ ਤੁਹਾਨੂੰ ਮਿਲਾਵਾਂਗੇ। ਧੀਰਜ ਵਰਮਾ ਉਹਨਾਂ ਦਾ ਨਾਮ ਹੈ। ਬੀਤੇ ਦਿਨ ਹੀ ਉਹ ਉੱਥੇ ਸਰਹੱਦ ਪਾਰ ਕਰਕੇ ਵਾਪਸ ਭਾਰਤ ਪਰਤੇ ਹੈ। ਉਹਨਾਂ ਦੇ ਨਾਲ ਕਿਸ ਤਰ੍ਹਾਂ ਉੱਥੇ ਹਾਲਾਤ ਹੋਏ ਹੈ, ਕੀ ਕੁਝ ਉਹਨਾਂ ਦੇ ਨਾਲ ਬੀਤਿਆ ਹੈ, ਉਹਨਾਂ ਦੀ ਹੱਡ ਬੀਤੀ ਕੀ ਹੈ, ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੋ ਵੱਖੋ ਵੱਖਰੇ ਵਿਦਿਆਰਥੀਆਂ ਦੇ ਨਾਲ ਵੱਖੋ ਵੱਖਰੇ ਢੰਗ ਦੇ ਨਾਲ ਵਾਪਰੀਆਂ ਆ। ਕਿਸੇ ਦੇ ਨਾਲ ਚੰਗਾ ਵਿਵਹਾਰ ਕੀਤਾ ਗਿਆ ਤੇ ਕਿਸੇ ਦੇ ਨਾਲ ਉੱਥੇ ਮਾੜਾ ਵਿਵਹਾਰ ਹੋਇਆ। ਕਈਆਂ ਦੇ ਕੋਲੇ ਪੈਸੇ ਨਹੀਂ ਸੀ, ਕਈਆਂ ਨੂੰ ਸਹੂਲਤਾਂ ਨਹੀਂ ਮਿਲੀਆਂ, ਕੋਈ ਬੱਸ ਕਿਰਾਏ ਤੇ ਕਰਕੇ ਉੱਥੋਂ ਤੱਕ ਨਹੀਂ ਪਹੁੰਚ ਸਕਿਆ ਜਿੱਥੇ ਕਿ ਭਾਰਤ ਵਾਲੇ ਉਹਨਾਂ ਦੀ ਮਦਦ ਦੇ ਲਈ ਖੜੇ ਹੋਏ ਸੀ। ਕੀ ਕੁਝ ਚੁਣੌਤੀਆਂ ਸੀ ਉਹਨਾਂ ਦੇ ਲਈ, ਕਿਉਂਕਿ ਇੱਕ ਵਿਦਿਆਰਥੀ ਜਦੋਂ ਪੜ੍ਹਨ ਦੇ ਲਈ ਉੱਥੇ ਗਿਆ ਤਾਂ ਉੱਥੇ ਜਾ ਕੇ ਪਹਿਲਾਂ ਉਹਨੇ ਬਹੁਤ ਸਾਰੀਆਂ ਚੁਣੌਤੀਆਂ ਫੇਸ ਕੀਤੀਆਂ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਹੌਲੀ ਹੌਲੀ ਉੱਥੇ ਜਾ ਕੇ ਆਪਣੇ ਆਪ ਨੂੰ ਉੱਥੋਂ ਦੇ ਵਾਤਾਵਰਣ ਦੇ ਵਿੱਚ ਢਾਲ ਲਿਆ। ਪਰ ਜਦੋਂ ਜੰਗ ਦੇ ਹਾਲਾਤ ਬਣ ਗਏ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਪਤਾ ਨਹੀਂ ਇੱਥੇ ਕੀ ਕੁਝ ਹੋ ਜਾਣਾ ਹੈ, ਕੀ ਅਸੀਂ ਵਾਪਸ ਆਪਣੇ ਦੇਸ਼ ਪਰਤ ਵੀ ਸਕਾਂਗੇ ਜਾਂ ਨਹੀਂ ਪਰਤ ਸਕਾਂਗੇ, ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਾ ਸਕਾਂਗੇ, ਜਦੋਂ ਇਹ ਪਤਾ ਲੱਗਿਆ ਤਾਂ ਫਿਰ ਉਹਨਾਂ ਦੇ ਮਨ ਦੇ ਉੱਤੇ ਕੀ ਚੀਜ਼ਾਂ ਬੀਤੀਆਂ, ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਸੀਗੇ ਔਰ ਉਹਨਾਂ ਹਾਲਾਤਾਂ ਨੂੰ ਉਹਨਾਂ ਨੇ ਕਿਵੇਂ ਆਪਣੇ ਪਿੰਡੇ ਦੇ ਉੱਤੇ ਹੰਡਾਇਆ। ਅੱਜ ਗੱਲ ਕਰਦੇ ਹਾਂ ਧੀਰਜ ਵਰਮਾ ਦੇ ਨਾਲ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਉਹਨਾਂ ਤੋਂ ਉੱਥੋਂ ਦੇ ਹਾਲਾਤ ਜਾਣਾਂਗੇ ਔਰ ਹੁਣ ਜਾਣਾਂਗੇ ਕਿ ਮਾਪੇ ਉਹਨਾਂ ਦੇ ਜਦੋਂ ਉਹਨਾਂ ਦੇ ਨਾਲ ਮਿਲੇ ਆ ਤਾਂ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ। ਕਿ ਹੋਰ ਵੀ ਵਿਦਿਆਰਥੀ ਇਸ ਤਰ੍ਹਾਂ ਦੇ ਨੇ ਜੋ ਉਹਨਾਂ ਦੇ ਸਾਥੀ ਸੀ ਤੇ ਉੱਥੇ ਉਸ ਦੇਸ਼ ਦੇ ਵਿੱਚ ਹਾਲੇ ਵੀ ਫਸੇ ਹੋਏ ਆ ਔਰ ਇਸ ਤਾਂਘ ਦੇ ਵਿੱਚ ਬੈਠੇ ਆ ਕਿ ਕੋਈ ਉਹਨਾਂ ਦੀ ਮਦਦ ਦੇ ਲਈ ਨਿਤਰੇਗਾ। ਧੀਰਜ, ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ੍ਰੀ ਅਕਾਲ। ਧੀਰਜ, ਸਭ ਤੋਂ ਪਹਿਲਾਂ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ, ਕਿਹੜੇ ਪਿੰਡ ਦੇ ਨਾਲ ਬਿਲੋਂਗ ਕਰਦੇ ਹੋ, ਕਿਹੜਾ ਜ਼ਿਲ੍ਹਾ ਤੁਹਾਡਾ ਔਰ ਤੁਸੀਂ ਵਾਪਸ ਭਾਰਤ ਕਦੋਂ ਪਰਤੇ ਹੋ? ਸਰ ਮੈਂ ਸੁਨਾਮ ਸਿਟੀ ਦਾ ਹੈਗਾ, ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪੈਂਦਾ।
ਤੇ ਜੀ ਮੈਂ ਸਰ ਕੱਲ ਹੀ ਹਲੇ 3 ਫਰਵਰੀ ਨੂੰ 3 ਮਾਰਚ ਨੂੰ ਸੌਰੀ 3 ਮਾਰਚ ਨੂੰ ਵਾਪਸ ਆਇਆ। ਜੀ ਧੀਰਜ, ਮੈਨੂੰ ਹੁਣ ਇਹ ਦੱਸਿਓ, ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਥੇ ਪੜ੍ਹਨ ਦੇ ਲਈ ਗਏ ਸੀਗੇ, ਉੱਥੇ ਜਿਸ ਤਰ੍ਹਾਂ ਦੇ ਹਾਲਾਤ ਸੀ, ਉਹ ਤੁਸੀਂ ਉੱਥੇ ਕਈ ਮੁਸ਼ਕਲਾਂ, ਕਿਉਂਕਿ ਨਵੇਂ ਦੇਸ਼ ਦੇ ਵਿੱਚ ਜਦੋਂ ਜਾਂਦਾ ਕੋਈ ਵਿਅਕਤੀ ਤਾਂ ਉਹ ਕਈ ਮੁਸ਼ਕਲਾਂ ਉੱਥੇ ਪੇਸ਼ ਆਉਂਦੀਆਂ, ਚਾਹੇ ਉਹ ਲੈਂਗੁਏਜ ਦੀ ਹੋਵੇ, ਉੱਥੋਂ ਦੀਆਂ ਥਾਵਾਂ ਦਾ ਪਤਾ ਨਹੀਂ ਹੁੰਦਾਗਾ, ਉੱਥੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਚਰਨਾ ਉਹਦੇ ਬਾਰੇ ਪਤਾ ਨਹੀਂ ਹੁੰਦਾ। ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਤੁਸੀਂ ਹੌਲੀ ਹੌਲੀ ਕਰਕੇ ਸੈੱਟ ਕਰ ਲਿਆ ਹੋਣਾ, ਪਰ ਜਦੋਂ ਆ ਜੰਗ ਵਾਲੇ ਹਾਲਾਤ ਬਣੇ ਹੈ ਤਾਂ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਹੈ ਔਰ ਫਿਰ ਅਸੀਂ ਵਾਪਸ ਆਪਣੇ ਦੇਸ਼ ਜਾਣਾ ਹੈ ਔਰ ਕੋਸ਼ਿਸ਼ਾਂ ਉਹਦੇ ਬਾਬਤ ਆਪਾਂ ਕਰੀਏ? ਕੀ ਹਾਲਾਤ ਸੀਗੇ, ਸਾਨੂੰ ਥੋੜਾ ਤਫਸੀਲ ਦੇ ਵਿੱਚ ਦੱਸਿਓ ਸਾਰਾ। ਸਰ ਜਦੋਂ ਅਸੀਂ ਫਰਵਰੀ ਦੀ ਸਟਾਰਟਿੰਗ ਦੇ ਵਿੱਚ ਮਤਲਬ ਮੇਨਲੀ ਅਸੀਂ ਸੁਣਨਾ ਸ਼ੁਰੂ ਕਰਤਾ ਸੀਗਾ ਵੀ ਹਾਂ ਹਾਲਾਤ ਵਿਗੜ ਰਹੇ ਆ, ਅਸੀਂ ਫਿਰ ਆਪਣੇ ਮਤਲਬ ਯੂਨੀਵਰਸਿਟੀ ਨਾਲ ਜਾਂ ਮਤਲਬ ਅਸੀਂ ਆਪਣੇ ਜਿਹੜੇ ਟੀਚਰਸ ਆ ਉਹਨਾਂ ਨਾਲ ਵੀ ਗੱਲ ਕਰਦੇ ਸੀਗੇ। ਉਹ ਵੀ ਕਹਿੰਦੇ ਸੀ ਵੀ ਹਾਂ ਵੀ ਹਾਲਾਤ ਥੋੜੇ ਵਿਗੜ ਰਹੇ ਆ, ਪਰ ਯੂਕਰੇਨੀਅਨ ਗਵਰਨਮੈਂਟ ਟਰਾਈ ਕਰ ਰਹੀ ਹੈ ਵੀ ਸਭ ਕੁਝ ਸਹੀ ਹੋ ਜਾਏ, ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੇ ਸਾਨੂੰ ਉਸ ਟਾਈਮ ਥੋੜੇ ਦਿਨਾਂ ਬਾਅਦ ਇੰਡੀਅਨ ਐਮਬੈਸੀ ਨੇ ਸਾਨੂੰ ਦੱਸਤਾ ਸੀਗਾ ਐਡਵਾਈਜ਼ਰੀ ਵੀ ਤੁਸੀਂ ਇੰਡੀਆ ਵਾਪਸ ਆ ਜਾਓ। ਐਡਵਾਈਜ਼ਰੀ ਆ ਗਈ ਸੀ ਸਾਡੇ ਕੋਲ ਤੇ ਅਸੀਂ ਫਿਰ ਉਸ ਟਾਈਮ ਟਰਾਈ ਕੀਤਾ ਸੀ ਵਾਪਸ ਆਉਣ ਦਾ। ਸਾਡੀ ਵੀ ਫਲਾਈਟ ਹੈਗੀ ਸੀ 26 ਤਰੀਕ ਦੀ, ਮੇਰੀ ਫਲਾਈਟ ਸੀਗੀ ਵਾਪਸੀ ਦੀ, ਤੇ ਅਸੀਂ ਆਪਣੀ ਪੈਕਿੰਗ ਕੁਕਿੰਗ ਸਭ ਕਰ ਚੁੱਕੇ ਸੀਗੇ 2-3 ਦਿਨ ਚ ਵੀ ਹਾਂ ਜਾਣਾ ਹੀ ਹੈ ਵਾਪਸ ਹੁਣ। ਪਰ ਫਿਰ ਇੱਕਦਮ 24 ਤਰੀਕ ਨੂੰ ਜਦੋਂ ਬੰਬਾਰੀ ਹੋਈ ਹੈ ਕਈ ਇਲਾਕਿਆਂ ਦੇ ਵਿੱਚ, ਤਾਂ ਇੱਕਦਮ ਫਿਰ ਸਾਡਾ ਏਦਾਂ ਹੋ ਗਿਆ ਸੀ ਵੀ ਸਾਡੇ ਕੋਲ ਸਮਾਨ ਵੀ ਨਹੀਂ ਸੀਗਾ ਕੁਝ ਘਰ ਦੇ ਵਿੱਚ। ਅੱਛਾ, ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਖਾਣ ਪੀਣ ਦੀਆਂ ਸਹੂਲਤਾਂ ਵੀ ਜਿਹੜੀਆਂ ਉਹ ਖਤਮ ਹੋ ਗਈਆਂ ਸੀ ਤੁਹਾਡੀਆਂ? ਹਾਂਜੀ, ਕਿਉਂਕਿ ਹੁਣ ਜਦੋਂ ਬੱਚਾ ਵਾਪਸ ਆਂਦਾ ਹੈਗਾ ਉਹ ਕੀ ਸੋਚਦਾ ਵੀ ਹਾਂ ਕੋਈ ਖਾਣਾ ਵੇਸਟ ਨਾ ਹੋਵੇ, ਜਿਹੜਾ ਸਾਡੇ ਕੋਲ ਪਿਆ ਉਹੀ ਆਪਾਂ ਇਸਤੇਮਾਲ ਕਰ ਜੀਏ, ਵੀ ਹਲੇ ਜਾਣਾ ਤਾਂ ਹੈ ਹੀ ਹੈ। ਤਾਂ ਅਸੀਂ ਵੀ ਇਹੀ ਸੋਚ ਕੇ ਆਪਣਾ ਸਾਰਾ ਸਮਾਨ ਇਸਤੇਮਾਲ ਕਰ ਚੁੱਕੇ ਸੀ ਮੋਸਟਲੀ, ਵੀ ਹੁਣ ਤਾਂ ਵਾਪਸ ਜਾਣਾ ਹੀ ਹੈ। ਪਰ ਇੱਕਦਮ ਜਦੋਂ ਫਿਰ ਸਵੇਰੇ ਨਿਊਜ਼ ਆਉਂਦੀ ਹੈ ਵੀ ਹਾਂਜੀ ਬੰਬਾਰੀ ਹੋ ਗਈ ਹੈ, ਤਾਂ ਫਿਰ ਉਸ ਟਾਈਮ ਟੈਨਸ਼ਨ ਆ ਗਈ ਸੀ ਵੀ ਹੁਣ ਕਿਵੇਂ ਰਹਾਂਗੇ ਅਸੀਂ ਤੇ ਕੀ ਕਰਾਂਗੇ। ਇਹ ਵੀ ਦੱਸਿਓ ਹੁਣ ਕਿ ਤੁਸੀਂ ਉੱਥੇ ਕਿਹੜੇ ਸ਼ਹਿਰ ਦੇ ਵਿੱਚ ਸੀ, ਕਿਹੜੀ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਉੱਥੇ ਪੜ੍ਹਾਈ ਕਰ ਰਹੇ ਸੀ ਤੁਸੀਂ, ਔਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਸ ਦੇਸ਼ ਦੇ ਵਿੱਚ ਗਏ ਹੋਏ? ਮੈਂ ਟਰਨੋਪਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਹੈ ਟਰਨੋਪਿਲ ਰੀਜਨ ਦੀ, ਮੈਂ ਉੱਥੇ ਸਟੱਡੀ ਕਰ ਰਿਹਾ ਸੀ ਤੇ ਮੇਰਾ ਇਹ 5th ਈਅਰ ਹੈ। ਮੈਂ 2017 ਦੇ ਵਿੱਚ ਗਿਆ ਸੀ ਉੱਥੇ। ਅੱਛਾ, 5th ਈਅਰ ਸੀਗਾ ਤੁਹਾਡਾ। ਹਾਂਜੀ। ਹੁਣ ਇਹ ਚੀਜ਼ ਦੱਸੋ ਕਿ ਜਦੋਂ ਤੁਹਾਡੀ ਫਲਾਈਟ ਜਿਹੜੀ ਕੈਂਸਲ ਹੋ ਜਾਂਦੀ ਹੈ, ਹਮਲਾ ਹੋ ਗਿਆ ਉੱਥੇ, ਉਸ ਤੋਂ ਬਾਅਦ ਫਿਰ ਤੁਸੀਂ ਆਪਸ ਦੇ ਵਿੱਚ ਕੀ ਗੱਲਬਾਤ ਕੀਤੀ, ਕਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਇਹਦੇ ਤੋਂ ਮਦਦ ਲੈਣੀ ਚਾਹੀਦੀ ਹੈ, ਜਾਂ ਫਿਰ ਨਿਊਜ਼ ਦੇ ਰਾਹੀਂ ਤੁਸੀਂ ਇਹ ਜਾਣਦੇ ਸੀਗੇ ਕਿ ਆਪਾਂ ਨੂੰ ਹਾਲੇ ਬਾਹਰ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ, ਕਿਹੜੀ ਸਰਹੱਦ ਤੇ ਪਹੁੰਚੀਏ? ਕਿਸ ਤਰ੍ਹਾਂ ਦਾ ਉਸ ਸਮੇਂ ਤੁਸੀਂ ਜਿਹੜਾ ਉਹ ਸਾਰਾ ਮਾਹੌਲ ਨਜ਼ਰ ਆ ਰਿਹਾ ਸੀਗਾ, ਔਰ ਕਿਸ ਤਰ੍ਹਾਂ ਤੁਹਾਡੀ ਗੱਲਬਾਤ ਇੱਕ ਦੂਸਰੇ ਨਾਲ ਹੋ ਰਹੀ ਸੀ ਉਸ ਸਮੇਂ? ਜਦੋਂ ਇਹ ਬੰਬਾਰੀ ਵਾਲਾ ਸੀਨ ਹੋਇਆ ਸੀਗਾ, ਸਾਡੇ ਆਪਸ ਚ ਫਰੈਂਡਸ ਨਾਲ ਜਦੋਂ ਕੰਟੈਕਟ ਹੋਇਆ, ਫਰੈਂਡਸ ਨੇ ਵੀ ਐਮਬੈਸੀ ਨਾਲ ਕੰਟੈਕਟ ਕੀਤਾ। ਐਮਬੈਸੀ ਫੋਨ ਮਤਲਬ ਐਮਬੈਸੀ ਨੇ ਗੱਲ ਕੀਤੀ, ਤਾਂ ਐਮਬੈਸੀ ਕਹਿ ਰਹੀ ਸੀ ਹਾਂਜੀ ਟੈਂਸ ਸਿਚੁਏਸ਼ਨ ਹੈ, ਉਹ ਬਾਰਡਰਸ ਤੇ ਗੱਲ ਕਰ ਰਹੀ ਹੈ। ਚਾਰ ਕੰਟਰੀਜ਼ ਦੀ ਲਿਸਟ ਨਿਕਲੀ ਸੀ ਵੀ ਅਸੀਂ ਇੱਧਰ ਦੇ ਬਾਰਡਰਸ ਖੁਲਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਵੀ ਜੇ ਤੁਸੀਂ ਜਿਵੇਂ ਮਰਜ਼ੀ ਆਪਣੇ ਕੰਟਰੈਕਟਰਸ ਨਾਲ ਗੱਲ ਕਰਕੇ ਬਾਰਡਰ ਕਰਨੀ ਆਓ, ਅਸੀਂ ਤੁਹਾਨੂੰ ਇਵੈਕੂਏਟ ਕਰਾਂਗੇ। ਅੱਛਾ। ਤੇ ਅਸੀਂ ਜਦੋਂ 24 ਤਰੀਕ ਨੂੰ ਬੰਬਾਰੀ ਹੋਈ, ਅਸੀਂ ਥੋੜਾ ਬਹੁਤ ਕੋਸ਼ਿਸ਼ ਕੀਤੀ ਵੀ ਹਾਂ ਸਮਾਨ ਲੈ ਕੇ ਆਈਏ ਆਪਣੇ ਵੱਲੋਂ। ਤੇ ਫਿਰ ਉਸ ਤੋਂ ਬਾਅਦ ਸਾਡੀ ਜਿਹੜੀ ਸਿਟੀ ਦੇ ਮੇਅਰ ਹੈ ਉਹਨਾਂ ਨੇ ਨੋਟਿਸ ਕੀਤਾ ਵੀ ਹਾਂਜੀ ਵੀ ਜਦੋਂ ਸਾਇਰਨ ਵੱਜੇਗਾ ਤੁਸੀਂ ਬੰਕਰਸ ਦੇ ਵਿੱਚ ਜਾਣਾ, ਆਪਣੀ ਸੇਫਟੀ ਸਮਾਨ ਲੈ ਕੇ, ਸੇਫਟੀ ਵਾਲਾ ਜਿਵੇਂ ਮੈਡੀਸਿਨਸ ਹੋ ਗਈਆਂ ਜਾਂ ਖਾਣੇ ਪੀਣ ਲਈ ਥੋੜਾ ਸਮਾਨ ਹੋ ਗਿਆ, ਇਹ ਸਭ ਲੈ ਕੇ ਤੁਸੀਂ ਬੰਕਰ ਦੇ ਵਿੱਚ ਜਾਣਾ। ਤੇ ਅਸੀਂ ਮਤਲਬ ਰਾਤੀ ਜਦੋਂ ਸੁੱਤੇ ਆ 24 ਤਰੀਕ ਨੂੰ, ਤਾਂ ਉਸ ਤੋਂ ਬਾਅਦ ਰਾਤੀ 2 ਵਜੇ ਦੇ ਨੇੜੇ ਅਲਾਰਮ ਵੱਜਿਆ, ਸਾਇਰਨ ਵੱਜਿਆ, ਤੇ ਅਸੀਂ ਫਟਾਫਟ ਜਿੰਨੇ ਵੀ ਅਸੀਂ ਫਰੈਂਡ ਸੀਗੇ ਸਾਰਿਆਂ ਨੂੰ ਕੰਟੈਕਟ ਕੀਤਾ, ਅਸੀਂ ਸਾਰੇ ਬੰਕਰਸ 'ਚ ਗਏ ਤੇ ਅਸੀਂ ਮਤਲਬ ਪੂਰੀ ਰਾਤ ਬੰਕਰਸ 'ਚ ਰਹੇ ਹਾਂ। ਤੇ ਸਾਨੂੰ ਉੱਥੇ ਬਹੁਤ ਮੁਸ਼ਕਿਲ ਹੋਈ। ਫਿਰ ਅਸੀਂ ਫਰੈਂਡਸ ਨੇ ਡਿਸਾਈਡ ਕੀਤਾ ਵੀ ਨਹੀਂ ਆਪਾਂ ਬਾਰਡਰ ਕਰਨੀ ਚੱਲਦੇ ਹਾਂ। ਅਸੀਂ ਐਮਬੈਸੀ ਨਾਲ ਕੰਟੈਕਟ ਕੀਤਾ ਵੀ ਅਸੀਂ ਇੰਨੇ ਜਣੇ ਬਾਰਡਰ ਕਰਨੀ ਆ ਰਹੇ ਹਾਂ, ਵੀ ਸਾਡੇ ਲਈ ਸੇਫ ਹੈ, ਵੀ ਇਵੈਕੂਏਟ ਹੋ ਜਾਓਗੇ। ਤਾਂ ਐਮਬੈਸੀ ਨੇ ਕਿਹਾ ਹਾਂਜੀ ਤੁਸੀਂ ਆਓ, ਸਾਡੇ ਨਾਲ ਕੰਟੈਕਟ 'ਚ ਰਹੋ, ਅਸੀਂ ਤੁਹਾਨੂੰ ਪੂਰੀ ਇਵੈਕੂਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਕਿਹੜੇ ਬਾਰਡਰ ਦੇ ਵੱਲ ਗਏ ਸੀਗੇ, ਔਰ ਉਸ ਤੋਂ ਇਲਾਵਾ ਜਿਹੜੇ ਪ੍ਰਬੰਧ ਤੁਸੀਂ ਕੀਤੇ ਉੱਥੇ ਜਾਣ ਦੇ ਲਈ, ਉਹ ਪ੍ਰਬੰਧ ਕਿਵੇਂ ਸੀ? ਆਪਣੇ ਆਪ ਕੀਤੇ, ਉਹਨਾਂ ਦੇ ਥਰੂ ਤੁਸੀਂ ਕੀਤੇ ਸੀਗੇ, ਜਾਂ ਉੱਥੇ ਕੀ ਪਰੇਸ਼ਾਨੀਆਂ ਆਈਆਂ ਫਿਰ ਤੁਹਾਨੂੰ? ਅਸੀਂ ਮੈਦੀਕਾ ਬਾਰਡਰ ਹੈ ਪੋਲੈਂਡ ਵਾਲਾ, ਉਸ ਸਾਈਡ ਗਏ ਸੀ। ਤੇ ਕਿੰਨੀ ਦੂਰ ਆ ਜਿਹੜੀ ਜਗ੍ਹਾ ਤੇ ਤੁਸੀਂ ਰਹਿ ਰਹੇ ਸੀ ਉੱਥੋਂ ਕਿੰਨੀ ਦੂਰੀ ਤੇ ਆ? ਇਹ ਅਪਰੋਕਸ ਸਰ 160 ਕਿਲੋਮੀਟਰ ਹੈ। ਅੱਛਾ। ਹਾਂਜੀ ਸਰ। ਤੇ ਅਸੀਂ ਮਤਲਬ ਆਪੇ ਹੀ ਆਪਣੀ ਪਰਸਨਲ ਟੈਕਸੀ ਕਰਕੇ ਗਏ ਸੀ,
ਕਿਉਂਕਿ ਲੋਕਲ ਟਰਾਂਸਪੋਰਟ ਜਿਹੜਾ ਸੀ ਉਹ ਬੰਦ ਹੋ ਚੁੱਕਿਆ ਸੀਗਾ, ਵੀ ਬੱਸਿਸ ਵਗੈਰਾ ਜੋ ਸੀਗੀਆਂ ਉਹ ਫਿਲ ਹੋ ਗਈਆਂ ਸੀ, ਕਿਉਂਕਿ ਹੋਰ ਵੀ ਜਿਹੜੇ ਲੋਕਲ ਸਿਟੀਜ਼ਨਸ ਹੈ ਉਹ ਵੀ ਮਤਲਬ ਬਾਹਰ ਜਾਣ ਦੀ ਕੋਸ਼ਿਸ਼ 'ਚ ਸੀਗੇ, ਤਾਂ ਸਭ ਕੁਝ ਫਿਲ ਹੋ ਚੁੱਕਿਆ ਸੀਗਾ। ਅੱਛਾ ਅੱਛਾ, ਇੱਕ ਚੀਜ਼ ਦੱਸੋ, ਜਿਹੜੇ ਤੁਸੀਂ ਬੰਕਰਸ ਦਾ ਜ਼ਿਕਰ ਕੀਤਾ ਹੈ, ਕਿ ਇਹ ਬੰਕਰ ਪਹਿਲਾਂ ਹੀ ਉੱਥੇ ਤਿਆਰ ਕਰਕੇ ਰੱਖੇ ਹੁੰਦੇ ਆ? ਕਿਉਂਕਿ ਦੋਵੇਂ ਦੇਸ਼ ਕਈ ਵਾਰ ਲੱਗਦਾ ਕਿ ਹਾਲਾਤ ਇਸ ਤਰ੍ਹਾਂ ਦੇ ਨਾ ਬਣ ਜਾਣ ਤਾਂ ਉਹ ਪਹਿਲਾਂ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ। ਫਿਰ ਬੰਕਰ ਜਿਹੜੇ ਉਹ ਬਣਾਏ ਹੋਏ ਸੀ, ਕਿ ਉਹਨਾਂ ਦੇ ਵਿੱਚ ਕੋਈ ਵੀ ਜਾ ਸਕਦਾ ਸੀਗਾ ਜਾਂ ਉੱਥੇ ਵੀ ਕੁਝ ਰਿਸਟ੍ਰਿਕਸ਼ਨ ਸੀਗੀਆਂ? ਕਿਉਂਕਿ ਹੋ ਸਕਦਾ ਕਿ ਜਿਹੜੇ ਬਾਕੀ ਲੋਕਲ ਲੋਕ ਨੇ ਉਹ ਵੀ ਉੱਥੇ ਗਏ ਹੋਣ ਔਰ ਇੰਨੇ ਤਾਦਾਦ ਦੇ ਵਿੱਚ ਬੰਕਰ ਨਾ ਬਣੇ ਹੋਣ ਕਿ ਸਾਰੇ ਲੋਕਾਂ ਨੂੰ ਉੱਥੇ ਜਿਹੜਾ ਰੱਖਿਆ ਜਾ ਸਕੇ। ਸਰ ਉਸ ਟਾਈਮ ਜਦੋਂ ਇਹ ਸਿਚੁਏਸ਼ਨ ਗਈ ਸੀ, ਮਤਲਬ ਜ਼ਿਆਦਾ ਫੈਲ ਗਈ ਸੀ, ਤਾਂ ਇਹਨਾਂ ਨੇ ਇੱਕ ਮੈਪ ਦੇਤਾ ਸੀਗਾ, ਸ਼ੇਅਰ ਹੋਇਆ ਸੀ ਮੈਪ ਸਾਡੇ ਯੂਕਰੇਨੀਅਨ ਗਵਰਨਮੈਂਟ ਵੱਲੋਂ ਹਰ ਰੀਜਨ ਦਾ। ਉਸ ਰੀਜਨ ਦੇ ਵਿੱਚ ਐਦਾਂ ਸੀਗਾ ਵੀ ਤੁਹਾਨੂੰ ਹਰ ਮੈਪ ਦੇ ਉੱਤੇ ਤੁਹਾਨੂੰ ਜਗ੍ਹਾ ਦਿੱਤੀ ਹੋਈ ਸੀ ਜਿੱਥੇ ਇੱਥੇ ਸ਼ੈਲਟਰ ਹੈ ਐਜ਼ ਪਰ ਗਵਰਨਮੈਂਟ ਨੇ ਜੋ ਪ੍ਰੋਵਾਈਡ ਕੀਤੇ ਨੇ। ਤਾਂ ਉਸ ਸ਼ੈਲਟਰ ਦੇ ਵਿੱਚ ਲਿਖਿਆ ਵੀ ਹੋਇਆ ਸੀਗਾ ਵੀ ਇੰਨੇ ਬੰਦਿਆਂ ਦੀ ਕੈਪੈਸਿਟੀ ਹੈ ਵੀ ਇੱਧਰ ਜਾਣਾ ਤੁਸੀਂ। ਤੇ ਬਾਕੀ ਕੁਝ ਬੰਕਰਸ ਐਦਾਂ ਵੀ ਹੁੰਦੇ ਆ ਵੀ ਬਿਲਡਿੰਗ ਦੇ ਨੀਚੇ ਬੇਸਮੈਂਟਸ ਹੁੰਦੇ ਆ, ਤਾਂ ਉਹਨਾਂ ਨੂੰ ਵੀ ਐਜ਼ ਅ ਬੰਕਰ ਯੂਜ਼ ਕੀਤਾ ਗਿਆ ਸੀ। ਕਿੰਨੇ ਕੁ ਵਿਦਿਆਰਥੀ ਉੱਥੇ ਹੋਰ ਜਿਹੜੇ ਭਾਰਤ ਨਾਲ ਸੰਬੰਧਿਤ ਜਾਂ ਪੰਜਾਬ ਦੇ ਨਾਲ ਸੰਬੰਧਿਤ ਸੀਗੇ? ਸਰ ਜਿਵੇਂ ਤੁਸੀਂ ਕਹੋਗੇ ਟਰਨੋਪਿਲ ਦੇ ਵਿੱਚ ਟੋਟਲ 1200-1300 ਇੰਡੀਅਨ ਸਟੂਡੈਂਟਸ ਹੈਗੇ। ਅੱਛਾ, ਤੁਸੀਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਸੀਗੇ ਸਾਰੇ ਫਿਰ? ਹਾਂਜੀ, ਸਾਡਾ ਜਿਹੜਾ ਯੂਨੀਵਰਸਿਟੀ ਦਾ ਗਰੁੱਪ ਹੈ, WhatsApp ਗਰੁੱਪ ਬਣਿਆ ਹੋਇਆ ਹੈ। ਅਸੀਂ ਉਸ ਦੇ ਵਿੱਚ ਆਪਣੇ ਵੱਲੋਂ ਵੀ ਜਿਵੇਂ ਫਾਰਮਸ ਵਗੈਰਾ ਹੋ ਗਏ, ਵੀ ਹਾਂ ਫਾਰਮ ਅਸੀਂ ਜਨਰੇਟ ਕੀਤਾ। ਅਸੀਂ ਸਾਰਿਆਂ ਨੂੰ ਕਿਹਾ ਵੀ ਜਿਹੜੇ ਜਿਹੜੇ ਟਰਨੋਪਿਲ ਰੀਜਨ ਦੇ ਵਿੱਚ ਹੈਗੇ ਆਪਣੀ ਲੋਕੇਸ਼ਨ ਆਪਣੇ ਨੰਬਰ ਸਭ ਸ਼ੇਅਰ ਕਰੋ, ਵੀ ਸਾਡੇ ਆਪਸ ਚ ਕੰਟੈਕਟ ਚ ਵੀ ਰਹੀਏ ਅਸੀਂ। ਅੱਛਾ, ਇੱਕ ਚੀਜ਼ ਹੋਰ ਦੱਸਿਓ ਕਿ ਲੋਕਾਂ ਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ। ਲੋਕਲ ਲੋਕ ਜਦੋਂ ਹਾਲਾਤ ਸੁਖਾਵੇਂ ਹੁੰਦੇ ਆ ਤੇ ਉਹਨਾਂ ਦੇ ਨਾਲ ਕਈ ਵਾਰ ਰਾਬਤੇ ਹੁੰਦੇ ਆ, ਆਪਣੇ ਕਈ ਚੀਜ਼ਾਂ ਲੈਣੀਆਂ ਹੁੰਦੀਆਂ, ਕਈ ਦੇਣੀਆਂ ਹੁੰਦੀਆਂ ਚੀਜ਼ਾਂ ਉਹਨਾਂ ਦੇ ਨਾਲ। ਉਹਨਾਂ ਦੇ ਜਿਹੜਾ ਰਵੱਈਆ ਆ ਉਹ ਕਿਸ ਤਰ੍ਹਾਂ ਦਾ ਸੀਗਾ ਜੰਗ ਤੋਂ ਪਹਿਲਾਂ ਔਰ ਜੰਗ ਤੋਂ ਬਾਅਦ? ਕੀ ਉਹ ਲੋਕ ਹੈਲਪਫੁਲ ਹੈਗੇ ਆ ਜਾਂ ਪਹਿਲਾਂ ਸੀਗੇ ਜਾਂ ਬਾਅਦ ਦੇ ਵਿੱਚੋਂ ਉਹਨਾਂ ਦਾ ਕੁਝ ਨਜ਼ਰੀਆ ਬਦਲਿਆ ਹੋਵੇ? ਕਿਸ ਤਰ੍ਹਾਂ ਦਾ ਰਵੱਈਆ ਸੀ ਉਹਨਾਂ ਦਾ? ਸਰ ਲੜਾਈ ਤੋਂ ਪਹਿਲਾਂ ਤੇ ਲੜਾਈ ਤੋਂ ਬਾਅਦ ਦੋਨੋਂ ਪਾਸੇ ਉਹਨਾਂ ਦਾ ਇੱਕੋ ਹੀ ਬਿਹੇਵੀਅਰ ਸੀਗਾ, ਹੈਲਪਫੁਲ, ਜੋ ਸਾਨੂੰ ਬਹੁਤ ਅੱਛਾ ਲੱਗਿਆ। ਜਿਵੇਂ ਅਸੀਂ ਬਾਰਡਰਸ ਤੇ ਵੀ ਜਾ ਰਹੇ ਹਾਂ, ਸਾਨੂੰ 30 ਕਿਲੋਮੀਟਰ ਪਹਿਲਾਂ ਟੈਕਸੀ ਵਾਲੇ ਛੱਡ ਰਹੇ ਨੇ ਕਿਉਂਕਿ ਜਾਮ ਲੱਗਿਆ ਹੋਇਆ ਬਹੁਤ ਲੰਬਾ। ਤਾਂ ਅਸੀਂ 30 ਕਿਲੋਮੀਟਰ ਜਿਵੇਂ ਚੱਲਣਾ ਹੈ ਤਾਂ ਉੱਥੇ ਜਿਹੜੇ ਸਿਵੀਲੀਅਨਸ ਹੈ ਉਹ ਸਾਨੂੰ ਹਰ ਚੀਜ਼ ਫ੍ਰੀ ਚ ਪ੍ਰੋਵਾਈਡ ਕਰ ਰਹੇ, ਜਿਵੇਂ ਪਾਣੀ, ਖਾਣਾ ਪੀਣਾ ਜਾਂ ਮੈਡੀਕਲ ਸਰਵਿਸਿਜ਼, ਇਹ ਸਭ ਫ੍ਰੀ ਚ ਹੋ ਰਿਹਾ ਹੈ। ਤੇ ਜਿਵੇਂ ਅਸੀਂ ਆਪਣੇ ਏਰੀਆ ਚ ਵੀ ਸੀਗੇ ਜਦੋਂ ਉਸ ਟਾਈਮ ਤੇ, ਤਾਂ ਉਸ ਟਾਈਮ ਵੀ ਸਾਡੇ ਲੋਕਲ ਜਿਹੜੇ ਸੀ ਉਹ ਹੈਲਪਫੁਲ ਸੀਗੇ। ਜਿਵੇਂ ਪੁੱਛ ਰਹੇ ਆ ਕੇ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਜਾਂ ਤੁਹਾਨੂੰ ਕੋਈ ਹੈਲਪ ਚਾਹੀਦੀ ਹੋਵੇ ਤਾਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਮਦਦ ਕਰਾਂਗੇ। ਚਾਹੇ ਕੋਈ ਜਾਣਦਾ ਸੀ ਚਾਹੇ ਨਹੀਂ ਜਾਣਦਾ ਸੀ, ਫਿਰ ਵੀ ਮਦਦ ਲਈ ਆ ਰਹੇ ਸੀ ਉਹ। ਹਾਂਜੀ। ਹੁਣ ਇੱਕ ਚੀਜ਼ ਇਹ ਵੀ ਦੱਸੋ ਕਿ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਜੰਗ ਦੇ ਵੇਲੇ, ਉਹ ਇੱਕ ਪਾਸੇ ਗੋਲੀਬਾਰੀ ਹੋ ਰਹੀ ਹੈ, ਗੋਲੇ ਚੱਲ ਰਹੇ ਆ ਜਾਂ ਹੋਰ ਤਬਾਹੀ ਮਚਾਈ ਜਾ ਰਹੀ ਹੈ, ਤਾਂ ਉਸ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਸੀਗਾ ਇਹ ਸੇਫ ਸੀ ਜਾਂ ਮਨ ਦੇ ਵਿੱਚ ਦੁਚਿੱਤੀ ਸੀਗੀ ਜਦੋਂ ਤੁਸੀਂ ਬਾਹਰ ਨਿਕਲੇ, ਸਰਹੱਦ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ? ਕਿ ਉਸ ਸਮੇਂ ਫਾਇਰਿੰਗ ਜਿਹੜੀ ਆ ਉਹ ਬੰਦ ਸੀ, ਮਾਹੌਲ ਜਿਹੜਾ ਉਹ ਸੁਖਾਵਾਂ ਨਜ਼ਰ ਆ ਰਿਹਾ ਸੀ ਉਸ ਸਮੇਂ ਤੁਸੀਂ ਨਿਕਲੇ ਹੋ, ਜਾਂ ਸਾਰਾ ਕੁਝ ਚੱਲ ਰਿਹਾ ਸੀ ਉਹਦੇ ਬਾਵਜੂਦ ਵੀ ਤੁਹਾਨੂੰ ਨਿਕਲਣਾ ਪਿਆ, ਮਜਬੂਰੀ ਸੀਗੀ, ਲੱਗਿਆ ਕਿ ਹੁਣੇ ਚਲੇ ਜਾਈਏ ਤਾਂ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਫਸ ਜਾਵਾਂਗੇ? ਸਰ ਐਦਾਂ ਹੋਇਆ ਸੀ ਉਸ ਟਾਈਮ ਤੇ ਵੀ, ਸੁਣਨ ਚ ਆ ਰਿਹਾ ਸੀ ਵੀ ਰਾਤ ਨੂੰ ਮੋਸਟਲੀ ਹਮਲੇ ਹੋ ਰਹੇ ਆ ਤੇ ਦਿਨ ਦੇ ਵਿੱਚ ਥੋੜਾ ਸੇਫ ਹੈ ਨਿਕਲਣ ਲਈ। ਅੱਛਾ। ਤਾਂ ਅਸੀਂ ਪੂਰੀ ਰਾਤ ਜਦੋਂ ਬੰਕਰ ਚ ਰਹੇ ਉਸ ਤੋਂ ਬਾਅਦ ਮਾਰਨਿੰਗ ਦੇ ਵਿੱਚ ਅਸੀਂ ਆਪਣੇ ਵੱਲੋਂ ਟਰਾਈ ਕੀਤਾ ਵੀ ਜਿੰਨੀ ਜਲਦੀ ਹੋ ਸਕੇ ਟੈਕਸੀ ਕਰੀਏ, ਬਾਰਡਰ ਤੇ ਜਾਂਦੇ ਆ ਕਿਉਂਕਿ ਦਿਨ ਦੇ ਵਿੱਚ ਸੇਫ ਹੈ, ਕਿਉਂਕਿ ਹੈਲਪ ਲੈਣੀ ਵੀ ਦਿਨ ਦੇ ਵਿੱਚ ਆਸਾਨ ਰਹਿੰਦੀ ਹੈ ਐਜ਼ ਕੰਪੇਅਰ ਟੂ ਨਾਈਟ। ਅੱਛਾ, ਫਿਰ ਜਦੋਂ ਤੁਸੀਂ ਸਰਹੱਦ ਦੇ ਉੱਤੇ ਪਹੁੰਚੇ ਹੋ, ਕਿੰਨੇ ਜਣੇ ਸੀਗੇ ਸਾਥੀ ਜਿਹੜੇ ਤੁਸੀਂ ਚੱਲੇ ਸੀਗੇ ਔਰ ਕੀ ਸੇਫ ਉੱਥੇ ਪਹੁੰਚ ਗਏ ਸੀ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 30 ਕਿਲੋਮੀਟਰ ਪਹਿਲਾਂ ਤੁਹਾਨੂੰ ਉਤਾਰ ਦਿੱਤਾ ਗਿਆ, ਔਰ ਜਦੋਂ ਕਦੇ ਇਸ ਤਰ੍ਹਾਂ ਪਹਿਲੀ ਵਾਰ ਵਾਪਰਦਾ ਤੇ ਇਨਸਾਨ ਉਸ ਚੀਜ਼ ਵਾਸਤੇ ਤਿਆਰ ਨਹੀਂ ਹੁੰਦਾ, ਔਰ ਪੈਂਡਾ 30 ਕਿਲੋਮੀਟਰ ਕੋਈ ਛੋਟਾ ਨਹੀਂ ਹੁੰਦਾ। ਇੱਥੇ ਜੇ ਕਿਸੇ ਨੂੰ ਕਹਿ ਦਿੱਤਾ ਜਾਏ ਕਿ 30 ਕਿਲੋਮੀਟਰ ਚੱਲ ਕੇ ਜਾਣਾ ਤੇ ਉਹ ਪਤਾ ਨਹੀਂ ਕਿੰਨੀ ਵਾਰੀ ਸੋਚੂਗਾ ਔਰ ਬਾਅਦ ਦੇ ਵਿੱਚ ਸ਼ਾਇਦ ਉਹਦਾ ਫੈਸਲਾ ਹੋਵੇ ਕਿ ਨਹੀਂ ਮੈਂ ਤਾਂ ਨਹੀਂ ਜਾ ਸਕਦਾ। ਉੱਥੇ ਇਹ ਸਾਰੀਆਂ ਸਿਚੁਏਸ਼ਨਾਂ ਤੁਸੀਂ ਵੀ ਫੇਸ ਕੀਤੀਆਂ, ਕੀ ਹਾਲਾਤ ਸੀਗੇ, ਕਿੰਨੇ ਜਣੇ ਸੀ ਤੁਸੀਂ ਔਰ ਕਿੰਨਾ ਕੁ ਮੁਸ਼ਕਲ ਹੋਇਆ ਤੁਹਾਨੂੰ ਉੱਥੇ ਜਾਣਾ? ਸਰ ਅਸੀਂ ਜਦੋਂ ਚੱਲੇ ਸੀ ਅਸੀਂ ਘੱਟੋ ਘੱਟ 40-50 ਜਣੇ ਅਸੀਂ ਕੰਟੈਕਟ 'ਚ ਸੀਗੇ, ਪਰ ਅਸੀਂ ਆਪਣਾ ਅਲੱਗ-ਅਲੱਗ ਗੱਡੀਆਂ ਕੀਤੀਆਂ ਹੋਈਆਂ ਸੀ। ਜਿਵੇਂ ਅਸੀਂ ਗੱਡੀ ਦੇ ਵਿੱਚ ਜਦੋਂ ਅਸੀਂ ਗਏ ਸੀ 4 ਜਣ ਗਏ ਸੀ, ਸਾਡੇ ਕੋਲ ਆਪਣਾ ਲਗੇਜ ਵੀ ਸੀਗਾ, ਇੱਕ ਬੈਗ ਸੀਗਾ ਵੀ ਹਾਂ ਥੋੜਾ ਸੇਫਟੀ ਪਰਪਸਿਸ ਲਈ, ਥੋੜੇ ਕੱਪੜੇ ਹੋ ਗਏ, ਖਾਣਾ ਪੀਣਾ ਹੋ ਗਿਆ ਜਾਂ ਮੈਡੀਕਲ ਸਰਵਿਸਿਜ਼ ਹੋ ਗਈਆਂ, ਇਹ ਸਭ ਮਤਲਬ ਅਸੀਂ ਨਾਲ ਰੱਖਿਆ ਹੋਇਆ ਸੀ, ਇੱਕ ਬੈਗ ਸੀ।
ਤੇ ਜਦੋਂ ਸਾਨੂੰ 30 ਕਿਲੋਮੀਟਰ ਪਹਿਲਾਂ ਛੱਡਤਾ ਉਹਨੇ ਤਾਂ ਸਾਨੂੰ ਬਸ ਇਹ ਉੱਤਰ ਕੇ ਹੋ ਰਿਹਾ ਸੀਗਾ ਵੀ ਇੱਕ ਤਾਂ 30 ਕਿਲੋਮੀਟਰ ਚੱਲਣਾ ਕੋਈ ਆਸਾਨ ਨਹੀਂ ਹੈ, ਤੇ ਉਸ ਤੋਂ ਬਾਅਦ ਪਾਣੀ ਦਾ ਸਾਨੂੰ ਦਿੱਕਤ ਸੀ ਤੇ ਲਗੇਜ ਦਾ ਵੀ। ਅਸੀਂ ਇੰਨਾ ਸਮਾਨ ਲੈ ਕੇ 30 ਕਿਲੋਮੀਟਰ ਚੱਲ ਕੇ ਪਤਾ ਨਹੀਂ ਕਦੋਂ ਤੱਕ ਪਹੁੰਚਾਂਗੇ। ਤੇ ਜੇ ਆਪਾਂ ਉੱਥੇ ਆਬਾਦੀ ਦੀ ਗੱਲ ਕਰੀਏ ਤੇ ਰਸ਼ੀਆ ਤੋਂ ਬਾਅਦ ਯੂਕਰੇਨ ਜਿਹੜਾ ਉਹ ਵੀ ਇੱਕ ਵੱਡਾ ਦੇਸ਼ ਕਿਹਾ ਜਾਂਦਾ ਹੈ, ਤਾਂ ਉਸ ਜਿੱਥੋਂ ਤੁਸੀਂ 30 ਕਿਲੋਮੀਟਰ ਚੱਲ ਕੇ ਗਏ ਹੋ ਸਰਹੱਦ ਤੱਕ, ਕੀ ਉੱਥੇ ਰਿਹਾਇਸ਼ੀ ਇਲਾਕੇ ਹੈਗੇ ਸੀ ਜਿੱਥੇ ਲੋਕ ਰਹਿੰਦੇ ਹੈ, ਔਰ ਕੀ ਉਹਨਾਂ ਦੇ ਨਾਲ ਸੰਪਰਕ ਤੁਸੀਂ ਕੀਤਾ, ਕਿ ਉਹਨਾਂ ਵੱਲੋਂ ਮਦਦ ਮਿਲੀ? ਜਿਸ ਤਰ੍ਹਾਂ ਤੁਸੀਂ ਪਾਣੀ ਦੀ ਦਿੱਕਤ ਦੱਸ ਰਹੇ ਹੋ, ਹੋਰ ਵੀ ਮੁਸ਼ਕਲਾਂ ਆਈਆਂ ਹੋਣਗੀਆਂ ਰਸਤੇ 'ਚ। ਹਾਂਜੀ ਸਰ, ਛੋਟੇ ਛੋਟੇ ਪਿੰਡ ਆ ਰਹੇ ਸੀ ਵਿੱਚ ਦੀ, ਤੇ ਉਹ ਲੋਕਾਂ ਨੇ ਆਪਣੇ ਵੱਲੋਂ ਹੀ ਸਰਵਿਸਿਜ਼ ਮਤਲਬ ਘਰ ਦੇ ਬਾਹਰ ਸਟਾਲ ਲਾ ਕੇ ਫਰੂਟਸ ਦੇਣਾ ਜਾਂ ਪਾਣੀ ਦੇਣਾ ਸਭ ਚੱਲ ਰਿਹਾ ਸੀ। ਮਤਲਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੰਗਰ ਦੇ ਪ੍ਰਬੰਧ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਉੱਥੇ ਉਹ ਲੋਕ ਵੀ ਮਦਦ ਕਰਦੇ ਨਜ਼ਰ ਆਏ ਉਸੇ ਤਰ੍ਹਾਂ। ਹਾਂਜੀ ਹਾਂਜੀ ਸਰ, ਜਿਵੇਂ ਬ੍ਰੈਡ ਦੇ ਉੱਤੇ ਕੋਈ ਜੈਮ ਵਗੈਰਾ, ਕਿਉਂਕਿ ਹਰ ਛੋਟੀ ਜਿਹੀ ਵੀ ਚੀਜ਼ ਸਾਨੂੰ ਹੈਲਪ ਕਰ ਰਹੀ ਸੀ, ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਸੀ। ਵੀ ਪਾਣੀ ਮਿਲਣਾ, ਚਾਹੇ ਖਾਣੇ ਦੇ ਲਈ ਬ੍ਰੈਡ ਵੀ ਮਿਲ ਰਹੀ ਹੈ, ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਸੀ ਉਸ ਟਾਈਮ। ਜਿਵੇਂ ਤੁਸੀਂ ਦੱਸਿਆ ਕਿ ਬੜੀ ਵੱਡੀ ਗੱਲ ਸੀ 30 ਕਿਲੋਮੀਟਰ ਚੱਲ ਕੇ ਜਾਣਾ, ਤੁਹਾਡੇ ਜਿਹੜੇ ਸਾਥੀ ਸੀ ਕਿ ਉਹਨਾਂ ਦੇ ਵਿੱਚੋਂ ਕਿਸੇ ਨੂੰ ਇੰਨੀ ਵੱਡੀ ਮੁਸ਼ਕਲ ਆਈ ਪੇਸ਼ ਕਿ ਲੱਗਿਆ ਹੋਵੇ ਕਿ ਹੌਸਲਾ ਇੱਕ ਵਾਰ ਟੁੱਟ ਰਿਹਾ ਤੇ ਫਿਰ ਸਾਰੇ ਜਣੇ ਇੱਕ ਦੂਸਰੇ ਦੇ ਹੌਸਲੇ ਨਾਲ ਹੌਸਲਾ ਬਣਾ ਕੇ ਤੇ ਉੱਥੇ ਤੱਕ ਪਹੁੰਚੇ ਹੋਣ? ਹਾਂਜੀ ਸਰ, ਜਿਵੇਂ ਹੁਣ ਸਾਡੇ ਜਿਹੜੇ ਫਰੈਂਡਸ ਹੈ, ਕੁਝ ਨੂੰ ਦਿੱਕਤ ਵੀ ਹੋ ਰਹੀ ਸੀ ਕਿਉਂਕਿ ਕਈਆਂ ਨੂੰ ਚੱਲਣ ਦੀ ਵੀ ਦਿੱਕਤ ਹੁੰਦੀ ਹੈ, ਪੈਰਾਂ 'ਚ ਪ੍ਰੋਬਲਮ ਹੁੰਦੀ ਹੈ ਕਈਆਂ ਦੇ ਵੀ। ਤਾਂ ਅਸੀਂ ਪਹਿਲਾਂ ਹੀ ਜਿਵੇਂ ਪਹੁੰਚੇ ਉੱਥੇ, ਅਸੀਂ ਜਿੰਨਾ ਵੀ ਹੋ ਸਕਿਆ ਅਸੀਂ ਆਪਣੇ ਫਰੈਂਡਸ ਨੂੰ ਕਿਹਾ ਵੀ ਪਲੀਜ਼ ਦੇਖੋ 30 ਕਿਲੋਮੀਟਰ ਦਾ ਰਸਤਾ ਹੈ, ਤੁਸੀਂ ਆਪਣੇ ਅਕੋਰਡਿੰਗ ਆਪਣਾ ਕੌਨਫੀਡੈਂਸ ਬਿਲਡ ਕਰੋ, ਸਮਾਨ ਜਿਹੜਾ ਉਹ ਘੱਟ ਤੋਂ ਘੱਟ ਕੈਰੀ ਕਰੋ, ਤੇ ਆਪਣਾ ਪੀਣ ਦਾ ਤੇ ਖਾਣ ਦਾ ਸਮਾਨ ਜ਼ਰੂਰ ਲੈ ਕੇ ਆਓ। ਅੱਛਾ ਸਰ, ਠੰਡ ਵਗੈਰਾ ਦੀ ਵੀ ਦਿੱਕਤ ਬਹੁਤ ਸੀ ਉੱਥੇ। ਉਹ ਥੋੜਾ ਤਫਸੀਲ ਦੇ ਵਿੱਚ ਦੱਸਿਓ, ਜਦੋਂ ਤੁਸੀਂ ਉਸ ਸਰਹੱਦ ਤੇ ਪਹੁੰਚੇ ਹੋ ਕਿਹੜੀ ਉਹ ਸਰਹੱਦ ਸੀਗੀ, ਔਰ ਉੱਥੇ ਫਿਰ ਕਿਉਂਕਿ ਕਈ ਸਟੂਡੈਂਟਸ ਦੇ ਨਾਲ ਸਾਡੀ ਗੱਲ ਹੋਈ ਹੈ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਸਰਹੱਦ ਤੇ ਪਹੁੰਚੇ ਤੇ ਉੱਥੇ ਇਕੱਠ ਬਹੁਤ ਜ਼ਿਆਦਾ ਸੀਗਾ, ਲੋਕ ਬਹੁਤ ਜ਼ਿਆਦਾ ਸੀ, ਔਰ ਗਿਣਤੀ ਜੇ 2000 ਹੈ ਤੇ ਉਹਨਾਂ ਨੇ ਇੱਕ ਦਿਨ ਦੇ ਵਿੱਚ ਜਾਂ ਜਿੰਨਾ ਉਹਨਾਂ ਦਾ ਸਮਾਂ ਹੈ ਉਹਦੇ ਵਿੱਚ 200 ਬੰਦੇ ਹੀ ਉਹ ਮਸੇ ਲੰਘਾ ਪਾਉਂਦੇ ਸੀਗੇ ਸਰਹੱਦ ਤੋਂ। ਤੁਹਾਡੇ ਨਾਲ ਵੀ ਇਹ ਮੁਸ਼ਕਲਾਂ ਪੇਸ਼ ਆਈਆਂ, ਔਰ ਕੀ ਮੁਸ਼ਕਲ ਸੀਗੀ ਜਦੋਂ ਸਰਹੱਦ ਤੋਂ ਬਾਅਦ ਤੁਸੀਂ ਦੂਸਰੇ ਦੇਸ਼ ਦੇ ਵਿੱਚ ਐਂਟਰੀ ਕੀਤੀ ਹੈ? ਤਾਂ ਸਰ ਮੁਸ਼ਕਿਲਾਂ ਸਾਡੇ ਨਾਲ ਵੀ ਸੇਮ ਆਈਆਂ ਨੇ, ਕਿਉਂਕਿ ਅਸੀਂ ਕਈ ਵਾਰੀ ਐ ਵੀ ਦੇਖਿਆ 8 ਘੰਟੇ ਦੇ ਵਿੱਚ ਸਿਰਫ ਇੰਡੀਅਨਸ ਦੇ ਵਿੱਚੋਂ 50 ਬੱਚੇ ਹੀ ਨਿਕਲੇ ਆ 8 ਘੰਟੇ ਦੇ ਵਿੱਚ, ਸਾਨੇ ਐ ਵੀ ਦੇਖਿਆ ਹੈਗਾ। ਤੇ ਸਰ ਬਾਕੀ ਜਦੋਂ ਰਹੀ ਗੱਲ ਬਾਰਡਰ ਤੇ ਪਹੁੰਚਣ ਦੀ, ਅਸੀਂ ਜਦੋਂ 30 ਕਿਲੋਮੀਟਰ ਚੱਲ ਕੇ ਫਰਸਟ ਚੈੱਕ ਪੁਆਇੰਟ ਤੇ ਪਹੁੰਚੇ ਆ, ਉਸ ਟਾਈਮ ਪੁਲਿਸ ਵਾਲਿਆਂ ਨੇ ਸਾਨੂੰ ਰੋਕ ਲਿਆ ਸੀ ਤੇ ਰਾਤ ਦੇ 12 ਵਜੇ ਦਾ ਟਾਈਮ ਸੀਗਾ। ਅੱਛਾ। -10 ਡਿਗਰੀ ਟੈਂਪਰੇਚਰ ਹੋ ਗਿਆ ਸੀ। ਸਾਡੇ ਕੋਲ ਉੱਥੇ ਨਾ ਕੋਈ ਕੰਬਲ ਸੀਗਾ, ਸਿਰਫ ਅਸੀਂ ਜਿਹੜੇ ਕੱਪੜੇ ਪਾ ਕੇ ਗਏ ਸੀ, ਜੈਕਟ ਸੀ, ਉਹੀ ਸੀਗਾ ਬਸ। ਸਾਡੇ ਕੋਲ ਇੱਕ ਸਾਥ ਸੀਗਾ ਦੋਸਤਾਂ ਦਾ, ਵੀ ਅਸੀਂ ਉੱਥੇ ਦੋਸਤਾਂ ਨਾਲ ਖੜੇ ਸੀ, ਆਪਸ ਥੋੜੀ ਗੱਲ ਕਰ ਰਹੇ ਸੀਗੇ, ਗੱਲਾਂ ਬਾਤਾਂ ਨਾਲ ਹੀ ਟਾਈਮ ਅਸੀਂ ਪਾਸ ਕੀਤਾ ਆਪਣਾ। ਤੇ ਬਸ ਉਹ ਸੀਗਾ ਵੀ 6 ਘੰਟੇ ਉਹਨਾਂ ਨੇ ਸਾਨੂੰ ਰੋਕ ਕੇ ਰੱਖਿਆ ਫਰਸਟ ਚੈੱਕ ਪੁਆਇੰਟ ਤੇ ਜਿਹਨੂੰ ਨੀਂਦ ਆ ਰਹੀ ਸੀ, ਜਿਹਨੂੰ ਆਰਾਮ ਚਾਹੀਦਾ ਸੀ, ਅਸੀਂ ਉਹਨਾਂ ਨੂੰ ਕਿਹਾ ਵੀ ਹਾਂ ਬੈਗ ਨੀਚੇ ਲਟਾਤੇ, ਵੀ ਹਾਂ ਤੁਸੀਂ ਇੱਥੇ ਬੈਠ ਜਾਓ, ਆਰਾਮ ਕਰ ਲਓ। ਫਿਰ ਉਸ ਤੋਂ ਬਾਅਦ 6 ਘੰਟੇ ਸਫ਼ਰ ਤੋਂ ਬਾਅਦ ਫਿਰ ਸਾਨੂੰ ਹੋਰ ਉੱਪਰ ਚੱਲਣਾ ਸੀਗਾ। 30 ਕਿਲੋਮੀਟਰ ਤੋਂ ਬਾਅਦ 7-8 ਕਿਲੋਮੀਟਰ ਹੋਰ ਉੱਪਰ ਚੱਲੇ ਆ। ਉੱਪਰ ਜਾ ਰਹੇ ਆ ਤਾਂ ਸਾਨੂੰ ਫਿਰ ਲਾਈਨ ਮਿਲ ਰਹੀ ਹੈ 2-3 ਕਿਲੋਮੀਟਰ ਦੀ, ਵੀ ਅਸੀਂ ਖੜਨਾ ਲਾਈਨ ਦੇ ਵਿੱਚ। ਮਤਲਬ ਐਦਾਂ ਵੀ ਸੀਗਾ, ਲਾਈਨ 'ਚ ਖੜੇ ਆ ਅਸੀਂ, ਤੇ ਜੇ ਸਾਨੂੰ ਵਾਸ਼ਰੂਮ ਜਾਣਾ ਹੈ ਤਾਂ ਅਸੀਂ ਲਾਈਨ ਛੱਡ ਨਹੀਂ ਸਕਦੇ ਸੀ, ਜੇ ਛੱਡਤੀ ਤਾਂ ਸਾਨੂੰ ਫਿਰ ਵਾਪਸ ਪਿੱਛੇ ਜਾਣਾ ਸੀ। ਇਦਾਂ ਕਿਉਂ ਹੋ ਰਿਹਾ ਸੀਗਾ? ਇਹ ਚੀਜ਼ਾਂ ਕਿਉਂ ਵਾਪਰ ਰਹੀਆਂ ਸੀ? ਕਿ ਉੱਥੇ ਜਿਹੜਾ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤੀਆਂ ਇਹ ਚੀਜ਼ਾਂ ਕਿ ਲਾਈਨ ਦੇ ਵਿੱਚ ਕਾਫੀ ਸਮੇਂ ਤੋਂ ਖੜੇ ਹੈ, ਔਰ ਜੇ ਆਪਣੀ ਲਾਈਨ ਛੱਡ ਕੇ ਕੁਝ ਸਮੇਂ ਦੇ ਲਈ ਜਾ ਰਹੇ ਆ ਤੇ ਉਹਨਾਂ ਨੂੰ ਵਾਪਸ ਉਸ ਜਗ੍ਹਾ ਦੇ ਉੱਤੇ ਲਗਾ ਦਿੱਤਾ ਜਾਏ? ਨਹੀਂ ਸਰ, ਐਦਾਂ ਹੁੰਦਾ ਹੈ ਜਦੋਂ ਅਸੀਂ ਬਾਰਡਰ ਦੀ ਲਾਈਨ ਲੱਗੀ ਹੋਈ ਸੀ ਨਾ, ਜੋ ਉਹ ਟਾਇਲਟ ਤੋਂ ਬਹੁਤ ਅੱਗੇ ਸੀ। ਅੱਛਾ। ਤੇ ਜੇ ਸਾਨੂੰ ਲਾਈਨ ਤੋਂ ਜਾਣਾ ਪੈਂਦਾ ਸੀਗਾ, ਜਿਹੜੇ ਸਟੂਡੈਂਟ ਸੀ ਉਹ ਤਾਂ ਸਮਝਦੇ ਸੀਗੇ ਵੀ ਹਾਂ ਇਹਦਾ ਸਮਾਨ ਪਿਆ ਇੱਥੇ ਜਾਂ ਇਹ ਬੰਦਾ ਇੱਥੇ ਸੀਗਾ, ਉਹ ਕਰ ਰਹੇ ਸੀ। ਪਰ ਜਿਹੜੀ ਬਾਰਡਰ ਪੁਲਿਸ ਸੀ, ਕਿਉਂਕਿ ਅਸੀਂ ਲਾਈਨ 'ਚ ਲੱਗਣਾ ਸੀ ਤਾਂ ਸਾਨੂੰ ਬਾਰਡਰ ਪੁਲਿਸ ਨੂੰ ਕ੍ਰਾਸ ਕਰਨਾ ਸੀਗਾ, ਤਾਂ ਉਹ ਬਾਰਡਰ ਪੁਲਿਸ ਹੀ ਸਾਨੂੰ ਅੱਗੇ ਨਹੀਂ ਜਾਣ ਦੇ ਰਹੀ ਸੀ ਵੀ ਤੁਸੀਂ ਦੁਬਾਰਾ ਲਾਈਨ 'ਚ ਲੱਗੋ। ਜੇ ਅਸੀਂ ਕਹਿੰਦੇ ਹੁੰਦੇ ਸੀ, ਸਮਝਾਉਣ ਜਾਂਦੇ ਸੀ ਵੀ ਹਾਂ ਸਾਡਾ ਲੱਗੇਜ ਹੈ ਉੱਥੇ, ਤਾਂ ਉਹ ਮਾਰਨ ਦੀ ਕੋਸ਼ਿਸ਼ ਕਰਦੇ ਸੀ। ਅੱਛਾ, ਇਸ ਤਰ੍ਹਾਂ ਦਾ ਰਵੱਈਆ ਵੀ ਉਹਨਾਂ ਦਾ ਰਿਹਾ। ਕੀ ਇਹ ਰਵੱਈਆ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਦਾ ਸੀਗਾ, ਜਾਂ ਜਿਹੜੇ ਲੋਕਲ ਉੱਥੋਂ ਦੇ ਲੋਕ ਸੀਗੇ ਯੂਕਰੇਨ ਦੇ, ਉਹ ਸਰਹੱਦ ਪਾਰ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਹੋਰ ਤਰ੍ਹਾਂ ਦਾ ਰਵੱਈਆ ਸੀ, ਜਿਹੜੇ ਭਾਰਤ ਦੇ ਵਿਦਿਆਰਥੀ ਉਹਨਾਂ ਨਾਲ ਹੋਰ ਤਰ੍ਹਾਂ ਸੀਗਾ? ਨਹੀਂ, ਸਾਰਿਆਂ ਨਾਲ ਇਹੀ ਰਵੱਈਆ ਸੀਗਾ ਸਰ, ਹੋਰ ਵੀ ਕੰਟਰੀਜ਼ ਦੇ ਬੱਚੇ ਸੀ, ਸਾਰਿਆਂ ਨਾਲ ਹੀ ਇਹੀ ਸੀ। ਇਹ ਧੀਰਜ, ਇਹ ਤਾਂ ਫਿਰ ਬੜੀ ਮੁਸ਼ਕਲ ਪੇਸ਼ ਆਈ ਹੋਣੀ ਹੈ। ਤੁਸੀਂ -10 ਡਿਗਰੀ ਤੱਕ ਟੈਂਪਰੇਚਰ ਦੱਸ ਦਿੱਤਾ
ਇੱਥੇ ਜਦੋਂ ਠੰਡ ਪੈਂਦੀ ਹੈ ਆਪਣੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਤੇ ਫਿਰ ਉਦੋਂ ਜਦੋਂ ਠੰਡ, ਉਹ ਤਾਂ ਮਾਈਨਸ ਦੇ ਵਿੱਚ ਵੀ ਟੈਂਪਰੇਚਰ ਨਹੀਂ ਜਾਂਦਾ। ਇੱਥੇ ਆਪਾਂ ਕਹਿ ਸਕਦੇ ਹਾਂ ਕਿ 2 3 4 5 ਇੱਥੇ ਤੱਕ ਟੈਂਪਰੇਚਰ ਰਹਿੰਦਾ। ਉਦੋਂ ਵੀ ਬਾਹਰ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੁੰਦਾ, ਠੰਡ ਦੇ ਵਿੱਚ ਖੜਨਾ ਉਹ ਹੋਰ ਵੀ ਮੁਸ਼ਕਲ ਜਿਹੜਾ ਹੋ ਜਾਂਦਾ। ਤੇ ਤੁਸੀਂ ਤਾਂ ਉੱਥੇ ਮਾਈਨਸ ਦੇ ਵਿੱਚ ਟੈਂਪਰੇਚਰ ਸੀਗਾ, ਉਹਦੇ ਬਾਵਜੂਦ ਉੱਥੇ ਇੰਨੀ ਠੰਡ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਉੱਥੇ ਖੜੇ ਰਹੇ ਹੋ, ਤੇ ਮੁਸੀਬਤਾਂ ਕਾਫੀ ਉਸ ਸਮੇਂ ਲੱਗ ਨਹੀਂ ਰਿਹਾ ਸੀਗਾ ਕਿ ਬੜੀ ਵੱਡੀ ਮੁਸੀਬਤ ਦੇ ਵਿੱਚ ਫਸੇ ਹੋਏ ਹਾਂ ਅਸੀਂ? ਸਰ ਲੱਗ ਤਾਂ ਰਿਹਾ ਸੀ, ਬਸ ਇੰਨਾ ਸੀਗਾ ਮਨ ਦੇ ਵਿੱਚ ਇੱਕ ਹੌਸਲਾ ਸੀਗਾ ਤੇ ਪੇਰੈਂਟਸ ਦੀ ਦੁਆਵਾਂ ਸੀਗੀਆਂ ਵੀ ਹਾਂ ਅਸੀਂ ਖੜਨਾ, ਅਸੀਂ ਜਾਣਾ ਹੈ। ਸਾਡੇ ਸਨੋਫਾਲ ਹੋ ਰਹੀ ਹੈ ਉੱਥੇ, ਸਾਡੇ ਬਰਫ਼ ਪੈ ਰਹੀ ਹੈ, ਅਸੀਂ ਫੇਰ ਵੀ ਲਾਈਨ 'ਚ ਲੱਗੇ ਹੋਏ ਹਾਂ। ਬਸ ਇੱਕੋ ਹੀ ਮਨ ਦੇ ਵਿੱਚ ਸੀਗਾ ਵੀ ਜਿਵੇਂ ਤਿਵੇਂ ਜਦੋਂ ਗੇਟ ਖੁੱਲਿਆ ਅਸੀਂ ਅੰਦਰ ਜਾਣਾ ਹੀ ਜਾਣਾ ਹੈ। ਕਦੇ ਇਸੇ ਤਰ੍ਹਾਂ ਇਸ ਤਰ੍ਹਾਂ ਵੀ ਹੋਇਆ ਕਿ ਤੁਸੀਂ ਲੰਘ ਗਏ ਹੋ, ਜਾਂ ਹੋਰ ਜਿਹੜੇ ਤੁਹਾਡੇ ਸਾਥੀ ਹੈ ਉਹ ਨਹੀਂ ਲੰਘ ਸਕੇ ਸਰਹੱਦ, ਜਾਂ ਇਕੱਠੇ ਤੁਸੀਂ ਜਿੰਨੇ ਜਣੇ ਗਏ ਸੀਗੇ ਉਹਨਾਂ ਨੂੰ ਇੱਕ ਉਹਦੇ ਵਿੱਚ ਲੰਘਾ ਦਿੱਤਾ ਗਿਆ ਇੱਕੋ ਲਾਈਨ ਦੇ ਵਿੱਚ? ਨਹੀਂ ਸਰ, ਏਦਾਂ ਨਹੀਂ ਸੀਗਾ ਸਾਡੇ ਨਾਲ। ਜਿਵੇਂ ਅਸੀਂ ਗਰੁੱਪ ਦੇ ਵਿੱਚ ਜਿਵੇਂ ਅਸੀਂ 20 ਜਣੇ ਸੀਗੇ ਤਾਂ ਸਾਡੇ ਵਿੱਚੋਂ 7-8 ਕੁੜੀਆਂ ਵੀ ਸੀਗੀਆਂ, ਤੇ ਕੁੜੀਆਂ ਨੂੰ ਉਹਨਾਂ ਨੇ ਜਾਣ ਦੇਤਾ। ਜਦੋਂ ਉਹ ਕੁੜੀਆਂ ਅੰਦਰੋਂ ਕਹਿੰਦੀਆਂ ਸੀਗੀਆਂ ਵੀ ਮੁੰਡਿਆਂ ਨੂੰ ਆਣ ਦਿਓ, ਵੀ ਉਹ ਵੀ ਸਾਡੇ ਨਾਲ ਦੇ ਹੀ ਹੈ, ਤਾਂ ਉਹਨਾਂ ਕੁੜੀਆਂ ਨੂੰ ਵੀ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਅੱਛਾ, ਇੱਕ ਕੁਝ ਵੀਡੀਓ ਵਾਇਰਲ ਹੋਈਆਂ ਸੀਗੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਉੱਥੇ ਕੁੱਟਮਾਰ ਕੀਤੀ ਗਈ ਆ, ਉੱਥੇ ਜਿਹੜੇ ਸੁਰੱਖਿਆ ਬਲ ਲੱਗੇ ਹੋਏ ਆ ਉਹਨਾਂ ਨੇ ਕੁੜੀਆਂ ਦੀ ਖਿੱਚ ਧੂ ਕੀਤੀ ਹੈ। ਉਹ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਆ? ਉਹ ਕਿਹੜੀ ਸਰਹੱਦ ਦਾ ਮਾਮਲਾ, ਤੁਹਾਨੂੰ ਪਤਾ ਹੈ ਉਸ ਬਾਰੇ ਕੁਝ? ਸਰ ਵੀਡੀਓ ਤਾਂ ਏਦਾਂ ਦੀਆਂ ਬਹੁਤ ਵਾਇਰਲ ਹੋਈਆਂ, ਸਾਡੇ ਬਾਰਡਰ ਦੀ ਵੀ ਏਦਾਂ ਦੀ ਵਾਇਰਲ ਹੋਈ ਹੈ ਵੀਡੀਓ। ਅੱਛਾ, ਸਾਡੇ ਸਾਹਮਣੇ ਹੀ 2-3 ਕੁੜੀਆਂ ਨੂੰ ਮਾਰਿਆ ਉਹਨਾਂ ਨੇ, ਤੇ ਅਸੀਂ ਜੇ ਅਪੋਜ਼ ਕਰਨ ਜਾਂਦੇ ਤਾਂ ਸਾਨੂੰ ਵੀ ਮਾਰਿਆ ਗਿਆ। ਮੇਰੇ ਵੀ ਕੁਝ ਫਰੈਂਡਸ ਆ, ਉਹਨਾਂ ਦੇ ਵੀ ਬਹੁਤ ਮਾਰਿਆ ਉਹਨਾਂ ਨੇ, ਉਹਨਾਂ ਦੀ ਜੈਕਟਾਂ ਜੁਕਟਾਂ ਵੀ ਫਟੀਆਂ ਉੱਤੇ। ਅੱਛਾ, ਇਦਾਂ ਦਾ ਰਵੱਈਆ ਕਿਉਂ ਸੀਗਾ? ਕਿਉਂ ਲੱਗਦਾ ਇਦਾਂ ਦਾ ਰਵੱਈਆ ਅਪਣਾ ਰਹੇ ਸੀ ਉਹ? ਸਰ ਅਸੀਂ ਪੁੱਛਣ ਦੀ ਕੋਸ਼ਿਸ਼ ਵੀ ਕਰਦੇ ਸੀ ਤਾਂ ਵੀ ਸਾਨੂੰ ਮਾਰਦੇ ਸੀਗੇ ਵੀ ਤੁਸੀਂ ਕਿਉਂ ਇਦਾਂ ਦਾ ਰਵੱਈਆ ਕਰ ਰਹੇ ਹੋ, ਤਾਂ ਸਾਨੂੰ ਉਹ ਵੀ ਨਹੀਂ ਜਾਣਨ ਦਿੱਤਾ ਉਹਨਾਂ ਨੇ। ਮਤਲਬ ਕੁੱਲ ਮਿਲਾ ਕੇ ਬਿਹੇਵੀਅਰ ਜਿਹੜਾ ਉਹ ਠੀਕ ਨਹੀਂ ਸੀਗਾ, ਪਰ ਇੰਨਾ ਜ਼ਰੂਰ ਹੈ ਕਿ ਸਰਹੱਦ ਉਹਨਾਂ ਨੇ ਪਾਰ ਕਰਾ ਦਿੱਤੀ। ਹਾਂਜੀ। ਹੋਰ ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਤੇ ਕੀ ਇਸ ਸਮੇਂ ਦੇ ਦੌਰਾਨ ਮਾਪਿਆਂ ਨਾਲ ਸੰਪਰਕ ਹੁੰਦਾ ਰਿਹਾ ਤੁਹਾਡਾ, ਜਾਂ ਫਿਰ ਉੱਥੇ ਨੈਟਵਰਕ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸੀਗੀ, ਮਾਪਿਆਂ ਨਾਲ ਸੰਪਰਕ ਨਹੀਂ ਕਰ ਸਕੇ? ਕਿਉਂਕਿ ਹੁਣ ਬਹੁਤ ਖੁਸ਼ ਹੋਣਗੇ ਤੁਹਾਡੇ ਮਾਪੇ ਜਦੋਂ ਤੁਸੀਂ ਸਹੀ ਸਲਾਮਤ ਘਰ ਪਹੁੰਚ ਗਏ ਹੋ, ਪਰ ਜਦੋਂ ਤੁਸੀਂ ਨਹੀਂ ਪਹੁੰਚੇ ਸੀਗੇ ਤੇ ਸ਼ਾਇਦ ਉਹਨਾਂ ਨੇ ਕਈ ਦਿਨ ਤੱਕ ਰੋਟੀ ਵੀ ਨਾ ਖਾਧੀ ਹੋਵੇ ਔਰ ਰਾਤ ਨੂੰ ਉਹਨਾਂ ਨੂੰ ਨੀਂਦ ਵੀ ਨਾ ਅੱਖਾਂ ਦੇ ਵਿੱਚ ਪੈਂਦੀ ਹੋਵੇ, ਤਾਂ ਕਿਸ ਤਰ੍ਹਾਂ ਇਸ ਸਮੇਂ ਦੇ ਦੌਰਾਨ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਹੁੰਦਾ ਰਿਹਾ ਜੀ? ਸਰ ਸਟਾਰਟਿੰਗ ਦੇ 1-2 ਦਿਨ ਤੱਕ ਤਾਂ ਜਦ ਤੱਕ ਫੋਨ ਚਾਰਜ ਸੀ ਉਦੋਂ ਤੱਕ ਤਾਂ ਗੱਲ ਹੁੰਦੀ ਰਹਿੰਦੀ ਸੀ, ਅਸੀਂ ਦਿੰਦੇ ਰਹਿੰਦੇ ਸੀਗੇ, ਜਿਵੇਂ 2 ਮਿੰਟ ਲਈ ਮੈਸੇਜ ਕਰਤਾ ਹਾਂਜੀ ਵੀ ਅਸੀਂ ਇੱਥੇ ਪਹੁੰਚ ਗਏ ਹਾਂ ਜਾਂ ਇਹ ਸਭ ਕਰ ਰਹੇ ਹਾਂ। ਪਰ ਉਸ ਤੋਂ ਬਾਅਦ ਜਦੋਂ ਫੋਨ ਸਾਡੇ ਬੰਦ ਹੋ ਗਏ ਸੀਗੇ, ਫਿਰ ਉਸ ਤੋਂ ਬਾਅਦ ਥੋੜਾ ਸਾਨੂੰ ਦਿੱਕਤ ਹੋਈ ਘਰਦਿਆਂ ਨਾਲ ਗੱਲ ਕਰਨ ਦੀ। ਪਰ ਫਿਰ ਵੀ ਜਦੋਂ ਸਾਨੂੰ ਮੌਕਾ ਮਿਲਦਾ ਸੀ ਫੋਨ ਆਪਣਾ ਚਾਰਜ ਕਰਦੇ ਸੀਗੇ ਤਾਂ ਫਿਰ ਅਸੀਂ ਗੱਲਬਾਤ ਕਰਦੇ ਸੀਗੇ ਥੋੜੀ ਬਹੁਤ। ਪਰ ਹੁਣ ਤਾਂ ਚਲੋ ਹੁਣ ਘਰ ਦੇ ਬਹੁਤ ਖੁਸ਼ ਨੇ ਜਦੋਂ ਆ ਗਏ ਆ। ਕੀ ਧੀਰਜ ਉੱਥੇ ਹੋਰ ਵੀ ਤੁਹਾਡੇ ਸਾਥੀ ਹੈ ਜਿਨ੍ਹਾਂ ਦੇ ਨਾਲ ਤੁਹਾਡਾ ਸੰਪਰਕ ਹੋਇਆ ਹੋਵੇ, ਜਿਹੜੇ ਸ਼ਹਿਰ 'ਚ ਤੁਸੀਂ ਸੀ, ਜਾਂ ਜਿਸ ਤਰ੍ਹਾਂ ਕੀਵ ਦਾ ਜ਼ਿਕਰ ਹੁੰਦਾ ਖਾਰਕੀਵ ਕਿ ਉੱਥੇ ਹਾਲੇ ਵੀ ਵਿਦਿਆਰਥੀ ਫਸੇ ਹੋਏ ਨੇ, ਤੇ ਕੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਹੈਗੇ ਆ ਜਾਂ ਤੁਹਾਡੇ ਸੰਪਰਕ ਵਾਲੇ ਜਿਹੜੇ ਹਾਲੇ ਵੀ ਉੱਥੇ ਹੈਗੇ ਵਿਦਿਆਰਥੀ ਨਹੀਂ ਆ ਸਕੇ? ਨਹੀਂ, ਜਿਹੜੇ ਸਾਡੇ ਸ਼ਹਿਰ ਦੇ ਵਿਦਿਆਰਥੀ ਸੀ ਉਹਨਾਂ ਨੂੰ ਤਾਂ ਸਾਡੇ ਜਿਹੜੇ ਕੰਟਰੈਕਟਰਸ ਹੈ ਉਹ ਕੰਟੈਕਟ ਕਰ ਰਹੇ ਨੇ, ਜਿਹੜੇ ਵੀ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਤੇ ਬਾਕੀ ਰਹੀ ਗੱਲ ਸਰ ਖਾਰਕਿਵ ਵਗੈਰਾ ਦੇ ਰੀਜਨ ਦੀ, ਤਾਂ ਉਸ ਰੀਜਨ ਦੇ ਵਿੱਚ ਤਾਂ ਏਦਾਂ ਵੀ ਗਵਰਨਮੈਂਟ ਨੂੰ ਹੀ ਅਪੀਲ ਕਰਾਂਗੇ ਅਸੀਂ ਵੀ ਜੇ ਬੱਚੇ ਫਸੇ ਹੋਏ ਆ ਤਾਂ ਉਹ ਆਪ ਜਾਣ, ਕੁਝ ਕਰਨ, ਬੱਚਿਆਂ ਨੂੰ ਇਵੈਕੂਏਟ ਕਰਨ ਉਧਰੋਂ ਬਾਰਡਰ ਤੋਂ। ਜਿਹੜੇ ਕੰਟਰੈਕਟਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕੰਟਰੈਕਟਰ ਨਾਲ ਕੀ ਵਿਦਿਆਰਥੀਆਂ ਦੇ ਸੰਬੰਧ ਹੈ? ਕੀ ਕਾਲਜਿਸ ਦੇ ਵਿੱਚ ਐਡਮਿਸ਼ਨ ਉਹਨਾਂ ਦੇ ਥਰੂ ਹੁੰਦੀ ਹੈ ਜਾਂ ਹੋਰ ਕੋਈ ਕਿਸੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਕੰਟਰੈਕਟਰ ਕੌਣ ਹੈ? ਜਿਹੜੇ ਸਰ ਐਡਮਿਸ਼ਨ ਵਗੈਰਾ ਕਰਵਾਉਂਦੇ ਆਪਣੀ। ਅੱਛਾ, ਹਾਂਜੀ, ਜਿਹੜੇ ਉੱਥੇ ਸਾਡੇ ਜਿਵੇਂ ਡਾਕੂਮੈਂਟਸ ਵਗੈਰਾ ਮੈਨੇਜ ਕਰਨਾ ਸਾਡੀ, ਜਾਂ ਜਿਵੇਂ ਸਾਨੂੰ ਕੋਈ ਵੀ ਹੈਲਪ ਚਾਹੀਦੀ ਹੈ ਉੱਥੇ ਰਹਿਣ ਸਹਿਣ ਲਈ ਤਾਂ ਉਸ ਚੀਜ਼ਾਂ ਵਿੱਚ ਹੈਲਪ ਕਰਦੇ ਆ। ਮੈਨੂੰ ਇਹ ਦੱਸਿਓ ਕਿ ਜਿਹੜੇ ਉੱਥੇ ਲੋਕ ਆ ਜੰਗ ਤੋਂ ਪਹਿਲਾਂ, ਕੀ ਉਹ ਲੋਕ ਸੋਚਦੇ ਸੀਗੇ ਕਿ ਇਹ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ? ਉਹਨਾਂ ਨੂੰ ਆਈਡੀਆ ਹੋ ਗਿਆ ਸੀਗਾ? ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਲੋਕਲ ਬੈਠੇ ਹੁੰਦੇ ਆ ਤੇ ਤੁਹਾਨੂੰ ਲੋਕਾਂ ਦੇ ਨਾਲ ਗੱਲਬਾਤ ਦਾ ਮੌਕਾ ਜਦੋਂ ਮਿਲਦਾ ਹੈ ਤਾਂ ਉਹ ਫਿਰ ਦੱਸਦੇ ਆ ਕਿ ਇਸ ਤਰ੍ਹਾਂ ਦੇ ਸਾਡੇ ਹਾਲਾਤ ਬਣ ਰਹੇ ਨੇ, ਆ ਸਾਡਾ ਗੁਆਂਢੀ ਦੇਸ਼ ਉਹ ਆ ਕਰਨਾ ਚਾਹੁੰਦਾ, ਉਹਨਾਂ ਦੀ ਸੋਚ ਇਹ ਹੈ। ਕਦੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਜਾਂ ਜਿਹੜੇ ਵਿਦਿਆਰਥੀ ਸੀ ਤੁਹਾਡੇ ਨਾਲ ਕਦੇ ਉਹ ਗੱਲ ਕਰਦੇ ਹੁਣ ਇਸ ਤਰ੍ਹਾਂ?
ਸਰ ਏਦਾਂ ਦੀ ਤਾਂ ਅਸੀਂ ਜਦੋਂ ਪੁੱਛਦੇ ਹੁੰਦੇ ਸੀਗੇ ਤਾਂ ਸਾਨੂੰ ਨਹੀਂ, ਮਤਲਬ ਇੱਕ ਤਾਂ ਲੈਂਗੁਏਜ ਦੀ ਥੋੜੀ ਪ੍ਰੋਬਲਮ ਆਉਂਦੀ ਸੀ ਸਾਨੂੰ ਉੱਥੇ ਵੀ, ਹਾਂ, ਕਿਉਂਕਿ ਉਹ ਵੀ ਸਾਨੂੰ ਸਮਝਾ ਨਹੀਂ ਪਾਉਂਦੇ ਸੀ ਪ੍ਰੋਪਰਲੀ ਵੀ ਕੀ ਚੱਲ ਰਿਹਾ ਹੈ। ਹੂੰ ਪਰ ਜਿੱਦ ਤੱਕ ਏਦਾਂ ਸੀਗਾ, ਉਹ ਉਹਨਾਂ ਨੂੰ ਲੋਕਾਂ ਨੂੰ ਦੇਖ ਕੇ, ਜਾਂ ਅਸੀਂ ਆਪਣੀ ਸਿਟੀ 'ਚ ਵੀ ਜਦੋਂ ਜਾਂਦੇ ਸੀ ਤਾਂ ਏਦਾਂ ਕੋਈ ਡਰ ਨਹੀਂ ਸੀ ਉਹਨਾਂ ਨੂੰ ਵੀ ਹਾਂ ਏਦਾਂ ਦਾ ਕੁਝ ਹੋਏਗਾ। ਹੂੰ ਜਦੋਂ ਤੁਸੀਂ ਸਰਹੱਦ ਲੰਘੇ ਹੋ ਉਸ ਤੋਂ ਬਾਅਦ ਫਿਰ ਕੀ ਪ੍ਰਬੰਧ ਸੀਗੇ ਤੁਹਾਡੇ ਲਈ? ਕੌਣ ਉੱਥੋਂ ਤੁਹਾਨੂੰ ਅੱਗੇ ਲੈ ਕੇ ਗਿਆ ਔਰ ਕਿੱਦਾਂ ਤੁਸੀਂ ਫਲਾਈਟ ਤੇ ਪਹੁੰਚੇ, ਕਿੱਦਾਂ ਵਾਪਸੀ ਹੋਈ ਹੈ ਤੁਹਾਡੀ ਸਾਰੀ? ਜਦੋਂ ਅਸੀਂ ਸਰਹੱਦ ਕ੍ਰਾਸ ਕਰ ਲਈ ਸੀਗੀ ਉਸ ਤੋਂ ਬਾਅਦ ਤਾਂ ਸਾਡੇ ਲਈ ਅੰਬੈਸੀ ਖੜੀ ਸੀ ਅੱਗੇ, ਅੰਬੈਸੀ ਵਾਲੇ ਸਾਨੂੰ ਹੈਗੇ ਸੀਗੇ ਲੈ ਕੇ ਜਾਣ ਲਈ, ਬੱਸਿਸ ਵਗੈਰਾ ਅਰੇਂਜ ਸੀ ਸਾਡੀਆਂ, ਉੱਥੋਂ ਸਾਨੂੰ ਹੋਟਲ 'ਚ ਲਿਜਾਇਆ ਗਿਆ, ਸਾਡੇ ਲਈ ਖਾਣੇ ਪੀਣੇ ਦਾ ਪ੍ਰਬੰਧ ਕੀਤਾ ਗਿਆ ਸਭ, ਤੇ ਉਸ ਤੋਂ ਬਾਅਦ ਉਹ ਸਾਡੇ ਜਿਹੜਾ ਪਾਸਪੋਰਟ ਡਾਟਾ ਵਗੈਰਾ ਉਹ ਸਭ ਲੈ ਰਹੇ ਸੀ ਤੇ ਸਾਡੇ ਲਈ ਫਲਾਈਟਸ ਵਗੈਰਾ ਲਈ ਅਰੇਂਜ ਪੂਰਾ ਕੀਤਾ ਉਹਨਾਂ ਨੇ। ਹੂੰ ਜਿਹੜੇ ਉੱਥੇ ਵਿਦਿਆਰਥੀ ਦੀਆਂ ਵੀਡੀਓ ਆਪਾਂ ਅੱਗੇ ਜਿਹੜਾ ਜ਼ਿਕਰ ਕਰ ਰਹੇ ਸੀਗੇ, ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ, ਤੁਹਾਡੇ ਜਿਹੜੇ ਗਰੁੱਪ ਬਣੇ ਹੋਏ ਆ ਸ਼ਾਇਦ ਉਹਨਾਂ ਦੇ ਵਿੱਚ ਵੀ ਆਉਂਦੀਆਂ ਹੋਣਗੀਆਂ, ਉਹਨਾਂ ਦੇ ਵਿੱਚੋਂ ਕਿਸੇ ਨਾਲ ਤੁਹਾਡਾ ਸੰਪਰਕ ਹੋਇਆ ਸੀਗਾ ਜਿਨ੍ਹਾਂ ਨੇ ਉੱਥੇ ਬਿਆਨ ਕੀਤਾ ਕਿ ਇੱਥੇ ਕੁਝ ਪੁਲਿਸ ਵਾਲੇ ਜਿਹੜੇ ਆ ਉਹ ਕੁੱਟਮਾਰ ਕਰ ਰਹੇ ਨੇ ਵਿਦਿਆਰਥੀਆਂ ਦੇ ਨਾਲ, ਜਾਂ ਕਹਿ ਲਓ ਕਿ ਉਹਨਾਂ ਨੂੰ ਖਾਣ ਪੀਣ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ? ਕਈਆਂ ਨੇ ਅੰਬੈਸੀ ਦੇ ਨਾਲ ਵੀ ਇਤਰਾਜ਼ ਜਤਾਇਆ ਕਿ ਅੰਬੈਸੀ ਦੇ ਵੱਲੋਂ ਵੀ ਉਹਨਾਂ ਨੂੰ ਬਣਦੀ ਮਦਦ ਨਹੀਂ ਕੀਤੀ ਗਈ ਮੌਕੇ ਦੇ ਉੱਤੇ। ਹੋਈ ਕਿਸੇ ਇਸ ਤਰ੍ਹਾਂ ਦੇ ਸਟੂਡੈਂਟ ਦੇ ਨਾਲ ਗੱਲ ਤੁਹਾਡੀ ਉਦੋਂ? ਸਰ ਜਿਵੇਂ ਮੇਰੇ ਹੀ ਫਰੈਂਡ ਸੀਗੇ, ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਮਾਰਿਆ ਗਿਆ ਸੀਗਾ, ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਿਉਂ ਮਾਰਿਆ, ਤਾਂ ਉਹਨਾਂ ਨੇ ਬਸ ਇਹ ਦੱਸਿਆ ਵੀ ਉਹਨਾਂ ਨੂੰ ਵੀ ਨਹੀਂ ਪਤਾ ਕੀ ਰੀਜ਼ਨ ਸੀਗਾ, ਕਿਉਂਕਿ ਉਹ ਸਿਰਫ ਆ ਰਹੇ ਸੀ, ਲਾਈਨ ਦੇ ਵਿੱਚ ਲੱਗੇ ਹੋਏ ਸੀਗੇ। ਤੇ ਬਾਕੀ ਸਰ ਰਹੀ ਗੱਲ ਹੋਰਾਂ ਦੀ, ਖਾਣੇ ਪੀਣੇ ਦੀ ਵੀ ਦਿੱਕਤ ਹੈਗੀ ਸੀ ਸਾਨੂੰ, ਪਰ ਅਸੀਂ ਜਿਵੇਂ ਤਿਵੇਂ ਮੈਨੇਜ ਕਰ ਰਹੇ ਸੀਗੇ। ਅੱਛਾ, ਇਹ ਦੱਸੋ ਕਿ ਜਿਹੜੇ ਕੀਵ ਸ਼ਹਿਰ ਹੈ ਜਾਂ ਖਾਰਕੀਵ ਹੈ ਜਾਂ ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਸੀ, ਉਸ ਤੋਂ ਇਲਾਵਾ ਉੜੀਸਾ ਆ, ਤਾਂ ਇੱਥੇ ਜਿਹੜੇ ਕਾਲਜਿਸ ਯੂਨੀਵਰਸਿਟੀ ਹੈ ਉਹਨਾਂ ਦੀ ਪੜ੍ਹਾਈ ਦਾ ਵੀ ਕੁਝ ਫਰਕ ਆ ਗਿਆ? ਜਾਂ ਤੁਸੀਂ ਜਦੋਂ ਐਡਮਿਸ਼ਨ ਬਾਰੇ ਸੋਚਿਆ ਸੀਗਾ ਤੇ ਕੀ ਕੁਝ ਵੇਖਿਆ ਸੀਗਾ ਉੱਥੇ? ਅਲੱਗ ਹੈ ਸਿਸਟਮ ਸਾਰਾ, ਜਾਂ ਜਿੱਥੇ ਮਿਲ ਗਈ ਕਿਸੇ ਨੂੰ ਐਡਮਿਸ਼ਨ ਤੇ ਉੱਥੇ ਲੈ ਲਈ? ਨਹੀਂ ਸਰ, ਐਡਮਿਸ਼ਨ ਦੇ ਵਿੱਚ ਤਾਂ ਪ੍ਰੋਸੈਸ ਤੇ ਸਟੱਡੀ ਸਾਰੀ ਸੇਮ ਹੈ, ਬਸ ਡਿਪੈਂਡ ਕਰਦਾ, ਮਤਲਬ ਤੁਸੀਂ ਕਿੱਧਰ, ਜਿਵੇਂ ਕਈਆਂ ਦੇ ਨੋਨ ਹੁੰਦੇ ਆ ਕਿਸੇ ਸਿਟੀ ਦੇ ਵਿੱਚ, ਤਾਂ ਉਸ ਬੇਸਿਸ ਤੇ ਐਡਮਿਸ਼ਨ ਕਰਵਾਉਂਦੇ ਆ ਬੱਚੇ। ਅੱਛਾ, ਹੁਣ 5 ਸਾਲ ਦੀ ਸਟੱਡੀ ਤੁਹਾਡੀ ਹੋ ਗਈ ਹੈ, ਅੱਗੇ ਫਿਰ ਹੁਣ ਕੀ ਮਨ ਦੇ ਵਿੱਚ ਚੀਜ਼ਾਂ ਆ ਰਹੀਆਂ ਨੇ? ਕਿਉਂਕਿ ਸਾਲ ਇੱਕ ਰਹਿ ਗਿਆ ਸੀ ਤੁਹਾਡਾ, ਸਾਲ ਤੋਂ ਬਾਅਦ ਤੁਹਾਡੀ ਡਿਗਰੀ ਪੂਰੀ ਹੋ ਜਾਣੀ ਸੀ। ਹੁਣ ਕੀ ਭਵਿੱਖ ਨੂੰ ਲੈ ਕੇ ਕੀ ਸੋਚ ਬਣ ਰਹੀ ਹੈ ਤੁਹਾਡੀ? ਸਰ ਤਾਂ ਸੋਚਿਆ, ਦੇਖੋ ਇੰਨੀ ਜਲਦੀ ਤਾਂ ਇਹ ਹਾਲਾਤ ਠੀਕ ਹੋਣ ਵਾਲੇ ਹੈ ਨਹੀਂ, ਲੱਗ ਤਾਂ ਰਿਹਾ ਨਹੀਂ ਸਰ, ਪਰ ਅਸੀਂ ਆਪਣੀ ਗਵਰਨਮੈਂਟ ਨੂੰ ਇਹ ਅਪੀਲ ਕਰਾਂਗੇ ਵੀ ਸਾਡੀ, ਜਿਵੇਂ ਹੁਣ ਮੇਰੀ ਤਾਂ 1 ਸਾਲ ਦੀ ਬੱਚੀ ਸੀ, ਹੋਰ ਵੀ ਬੱਚੇ ਹੈਗੇ ਆ ਏਦਾਂ ਦੇ, ਵੀ ਸਾਡੀ ਸਟੱਡੀ ਨੂੰ ਲੈ ਕੇ ਕੋਈ ਸਟੈਪ ਲਿੱਤਾ ਜਾਵੇ, ਵੀ ਸਾਡੀ ਜਿਹੜੀ ਆ 5 ਸਾਲ ਦੀ ਆ, ਜਿੰਨੇ ਵੀ ਸਾਲਾਂ ਦੀ ਹੋਰ ਬੱਚਿਆਂ ਦੀ ਹੋਈ ਆ, ਉਹ ਵੇਸਟ ਨਾ ਕੀਤੀ ਜਾਵੇ। ਇੱਕ ਚੀਜ਼ ਮੈਨੂੰ ਹੋਰ ਦੱਸੋ, ਕੱਲ ਵੀ ਇੱਕ ਵਿਦਿਆਰਥੀ ਸਨ ਪੰਜਾਬ ਤੋਂ, ਉਹਨਾਂ ਦੇ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਉੱਥੋਂ ਦੇ ਜੋ ਖਰਚਾ ਔਰ ਇੱਥੇ ਜਿਹੜਾ ਖਰਚਾ MBBS ਦੀ ਪੜ੍ਹਾਈ ਨੂੰ ਲੈ ਕੇ ਆਉਂਦਾ ਹੈ ਉਹਦਾ ਫਰਕ ਦੱਸਿਆ ਸੀ। ਤੁਸੀਂ ਮੈਨੂੰ ਦੱਸੋ ਕਿ ਜੇ MBBS ਦੀ ਪੜ੍ਹਾਈ ਇੱਥੇ ਰਹਿ ਕੇ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚ, ਤੇ ਇਹ ਕਿੰਨਾ ਕੁ ਖਰਚ ਜਿਹੜਾ ਟੋਟਲ 6 ਸਾਲ ਬਾਅਦ ਤੁਹਾਡਾ ਆ ਜਾਂਦਾ ਹੈ? ਔਰ ਜੇਕਰ ਤੁਸੀਂ ਯੂਕਰੇਨ ਦੇ ਵਿੱਚ ਪੜ੍ਹਾਈ ਕਰਦੇ ਹੋ, ਉੱਥੇ ਰਹਿਣ ਸਹਿਣ ਦਾ, ਖਾਣ ਪੀਣ ਦਾ ਔਰ ਐਡਮਿਸ਼ਨ ਫੀਸ ਤੇ ਹੋਰ ਜਿਹੜੀਆਂ ਫੀਸਾਂ ਨੇ ਉਹਨਾਂ ਨੂੰ ਮਿਲਾ ਕੇ ਕਿੰਨਾ ਕੁ ਫਰਕ ਲੱਗਦਾ ਹੈ? ਕਿਉਂਕਿ ਤੁਸੀਂ ਵੀ ਸਾਰੇ ਆંકੜੇ ਕੱਢੇ ਹੋਣਗੇ ਜਾਣ ਤੋਂ ਪਹਿਲਾਂ ਕਿ ਇੱਥੇ ਇੰਨੀ ਫੀਸ ਲੱਗੂਗੀ ਜੇ ਪੜ੍ਹਾਈ ਪੂਰੀ ਹੋਗੀ, ਉੱਥੇ ਇੰਨੇ ਦੇ ਵਿੱਚ ਆਪਣੀ ਡਿਗਰੀ ਪੂਰੀ ਹੋ ਜਾਣੀ ਹੈ। ਸਰ ਦੇਖੋ, ਹਰ ਇੱਕ ਯੂਨੀਵਰਸਿਟੀ ਦਾ ਆਪਣਾ ਆਪਣਾ ਥੋੜਾ ਜਿਹਾ ਪ੍ਰਾਈਸ ਹੁੰਦਾ ਹੈ, ਤਾਂ ਡਿਪੈਂਡ ਕਰਦਾ ਹੈਗਾ ਹੁਣ ਕੀ ਪ੍ਰਾਈਸ ਹੈ, ਕੀ ਯੂਨੀਵਰਸਿਟੀ ਹੈ। ਪਰ ਇੰਨਾ ਹੈ ਵੀ ਹਾਂ, ਉਰੇ ਕੋਸਟਲੀ ਪੈ ਰਹੀ ਸੀ ਸਾਨੂੰ, ਪੰਜਾਬ ਦੇ ਏਰੀਆ ਦੇ ਵਿੱਚ ਵੀ ਕੋਸਟਲੀ ਪੈ ਰਹੀ ਸੀ, ਤੇ ਯੂਕਰੇਨ ਦੇ ਵਿੱਚ ਥੋੜਾ ਜਿਹਾ ਚੀਪ ਸੀਗਾ ਵੀ ਹਾਂ, ਵੀ ਉਧਰ ਅਸੀਂ ਅਫੋਰਡ ਕਰ ਸਕਦੇ ਸੀ, ਇੱਧਰਲਾ ਅਫੋਰਡ ਨਹੀਂ ਕਰ ਪਾ ਰਹੇ। ਕੀ 30 ਤੋਂ 40 ਲੱਖ ਦੇ ਕਰੀਬ ਦਾ ਫਰਕ ਪੈਂਦਾ ਹੈਗਾ? ਇੰਨੀ ਕੁ ਐਵਰੇਜ ਆਉਂਦੀ ਹੋਊਗੀ ਦੋਨਾਂ ਦੇਸ਼ਾਂ ਦੇ ਵਿਚਾਲੇ ਜੇਕਰ ਡਿਗਰੀ ਦੀ ਆਪਾਂ ਗੱਲ ਕਰੀਏ ਤਾਂ? ਸਰ ਤਾਂ ਮਤਲਬ ਡਿਪੈਂਡ ਕਰਦਾ ਬੱਚੇ ਦੇ ਖਰਚੇ ਦੇ ਉੱਤੇ, ਡਿਪੈਂਡ ਕਰਦਾ ਵੀ ਉਹਦਾ ਪਰਸਨਲ ਕੀ ਖਰਚਾ ਹੈ, ਕਿੰਨਾ ਖਰਚਾ ਹੋ ਰਿਹਾ ਉਹਦਾ, ਵੀ ਜਿਵੇਂ ਉੱਥੇ ਰੈਂਟ ਦੇ ਉੱਤੇ ਅਪਾਰਟਮੈਂਟ ਲੈ ਰਿਹਾ ਹੈ ਜਾਂ ਹੋਸਟਲ 'ਚ ਰਹਿ ਰਿਹਾ ਹੈ, ਜਾਂ ਉੱਥੇ ਉਹਦਾ ਖਾਣੇ ਪੀਣੇ ਦਾ ਖਰਚਾ ਕਿਵੇਂ ਹੋ ਰਿਹਾ ਹੈ, ਤਾਂ ਉਸ ਦੇ ਉੱਪਰ ਆਪਾਂ ਫਿਰ ਕਰ ਸਕਦੇ ਹਾਂ ਕੈਲਕੂਲੇਟ ਵੀ ਕਿੰਨਾ ਡਿਫਰੈਂਸ ਆ ਰਿਹਾ। ਕੀ ਇੱਕ ਚੀਜ਼ ਦੱਸੋ ਧੀਰਜ, ਕਿ ਜਦੋਂ ਉੱਥੇ ਹਾਲਾਤਾਂ ਨੂੰ ਤੁਸੀਂ ਵੇਖਿਆ ਆਪਣੇ ਨੇੜਿਓਂ, ਪਿੰਡੇ ਦੇ ਉੱਤੇ ਤੁਸੀਂ ਉਹ ਹਾਲਾਤ ਹੰਢਾ ਕੇ ਆਏ ਹੋ, ਤਾਂ ਉਸ ਚੀਜ਼ ਨੇ ਤੁਹਾਨੂੰ ਕੀ ਸਿਖਾਇਆ? ਠੀਕ ਹੈ, ਉਹਦੇ ਮਾੜੇ ਪ੍ਰਭਾਵ ਵੀ ਹੋਣਗੇ ਕਿ ਉਦੋਂ ਤੁਹਾਨੂੰ ਡਰ ਬਹੁਤ ਹੋਣਾ ਹੈ ਕਿ ਕਿਵੇਂ ਸਾਡੀ ਜਾਨ ਬਚੂਗੀ, ਕਿਵੇਂ ਅਸੀਂ ਆਪਣੇ ਦੇਸ਼ ਵਾਪਸ ਪਰਤਾਂਗੇ, ਕਿਵੇਂ ਅਸੀਂ ਆਪਣੇ ਮਾਪਿਆਂ ਨੂੰ ਜਾ ਕੇ ਮਿਲਾਂਗੇ,
ਪਰ ਲੱਗਦਾ ਹੈ ਕਿ ਉਸ ਜੰਗ ਨੇ ਕੁਝ ਸਿਖਾਇਆ ਵੀ ਹੈ ਜਿੰਨੇ ਵੀ ਵਿਦਿਆਰਥੀ ਸੀਗੇ ਉੱਥੇ, ਜਾਂ ਤੁਹਾਨੂੰ ਉਸ ਜੰਗ ਨੇ ਕੋਈ ਸੁਨੇਹਾ ਦਿੱਤਾ ਆ, ਕੁਝ ਸਿਖਾ ਕੇ ਜਾ ਰਹੀ ਹੈ ਉਹ? ਸਰ ਸਿਖਾਇਆ ਤਾਂ ਏਦਾਂ ਵੀ ਹਾਂ, ਇੱਕ ਵਰਡ ਹੈ ਯੂਨਿਟੀ ਸਿਖਾਈ ਹੈ ਵੀ ਹਾਂ, ਜੇ ਸਾਰੇ ਇਕੱਠੇ ਰਹਿਣਗੇ ਉਸ ਟਾਈਮ ਤੇ, ਇਕੱਠੇ ਇੱਕ ਦੂਜੇ ਦੀ ਮਦਦ ਕਰਨਗੇ ਤਾਂ ਉਸ 'ਚ ਬਹੁਤ ਜ਼ਿਆਦਾ ਫਾਇਦਾ ਹੈ। ਮਾੜੇ ਆਪਣੇ ਤੇ ਪਰਾਏ ਦੀ ਵੀ ਪਰਖ ਹੋ ਜਾਂਦੀ ਹੈ। ਹਾਂ, ਇਹ ਵੀ ਲਗਾ ਸਕਦੇ ਹੋ ਵੀ ਆਪਣੇ ਪਰਾਏ ਦਾ ਤੇ ਕੌਣ ਕਿੰਨਾ ਕਿਸੇ ਨੂੰ ਕਰਦਾ ਹੈ, ਕਿਸਦਾ, ਤੇ ਕੌਣ ਆਪਣੀ ਵੈਲਿਊ ਵੀ ਰੱਖਦਾ ਹੈ, ਦੇਖ ਸਕਦੇ ਹੋ। ਹੁਣ ਕੋਈ ਹੋਰ ਗੱਲ ਹੋਏ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਜੋ ਰਹਿ ਗਈ ਹੋਵੇ, ਮੈਂ ਸਵਾਲ ਨਹੀਂ ਕਰ ਸਕਿਆ, ਕੋਈ ਲੱਗਦਾ ਤੁਹਾਨੂੰ ਕਿ ਉੱਥੇ ਦੇ ਹਾਲਾਤਾਂ ਦੇ ਮੁਤਾਬਕ ਮੇਰੇ ਦਿਮਾਗ ਦੇ ਵਿੱਚ ਆਹ ਗੱਲ ਆ ਰਹੀ ਤੇ ਮੈਂ ਦੱਸਣੀ ਚਾਹਣਾ? ਸਰ ਹੋਰ ਤਾਂ ਕੋਈ ਗੱਲ ਨਹੀਂ, ਬਸ ਅਸੀਂ ਤਾਂ ਅਪੀਲ ਕਰਾਂਗੇ ਗਵਰਨਮੈਂਟ ਨੂੰ ਵੀ ਜਿਹੜੇ ਵੀ ਬੱਚੇ ਹੁਣ ਫਸੇ ਹੋਏ ਆ ਉੱਥੇ, ਉਹਨਾਂ ਨੂੰ ਜਲਦ ਤੋਂ ਜਲਦ ਬਸ ਵਾਪਸ ਬੁਲਾਇਆ ਜਾਵੇ, ਬਾਰਡਰ ਦੇ ਉੱਤੋਂ ਕੱਢਿਆ ਜਾਵੇ ਤੇ ਵਾਪਸ ਇੰਡੀਆ ਵੀ ਲਿਆਇਆ ਜਾਵੇ ਤੇ ਮਾਪਿਆਂ ਨੂੰ ਖੁਸ਼ੀ ਦਿੱਤੀ ਜਾਵੇ, ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਵੇ। ਤੇ ਅੱਗੇ ਆਪਣੇ ਭਵਿੱਖ ਬਾਰੇ ਕੀ ਸੋਚਦੇ ਹੋ ਹੁਣ? ਉਹਦੇ ਲਈ ਵੀ ਸਰਕਾਰ ਨੂੰ ਕੋਈ ਪਹਿਲ ਕਰਨੀ ਚਾਹੀਦੀ ਹੈ, ਉੱਥੋਂ ਦੀ ਯੂਕਰੇਨ ਦੀ ਹੋਵੇ ਜਾਂ ਭਾਰਤ ਦੀ, ਕਿਉਂਕਿ 5 ਸਾਲ ਦੀ ਡਿਗਰੀ ਹੋ ਗਈ, ਜੇ ਹਾਲਾਤ ਨਹੀਂ ਸਹੀ ਹੁੰਦੇ ਤਾਂ ਫਿਰ ਵਾਪਸ ਜਾਣ ਦਾ ਵੀ ਰਾਹ ਨਹੀਂ ਹੋਣਾ। ਹਾਂਜੀ, ਤੇ ਇਸ ਪਿੱਛੇ ਤਾਂ ਅਸੀਂ ਆਪਣੀ ਗਵਰਨਮੈਂਟ ਨੂੰ, ਆਪਣੀ ਸਰਕਾਰ ਨੂੰ ਕਹਾਂਗੇ ਵੀ ਸਾਡੀ ਪੜ੍ਹਾਈ ਜੋ ਹੋ ਗਈ ਹੈ ਤੇ ਜਿਹੜੀ ਰਹਿ ਗਈ ਹੈ ਉਸ ਦੇ ਲਈ ਵੀ ਕੁਝ ਕਦਮ ਚੱਕੇ ਤੇ ਸਾਡੀ ਜਿਹੜੀ ਹੁਣ ਪੜ੍ਹਾਈ ਹੋ ਚੁੱਕੀ ਹੈ ਉਹਨੂੰ ਵੇਸਟ ਨਾ ਜਾਣ ਦੇਵੇ। ਠੀਕ ਹੈ ਧੀਰਜ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਕਿ ਜਿੰਨੇ ਵੀ ਵਿਦਿਆਰਥੀ ਤੁਹਾਡੇ ਸਾਥੀ ਉੱਥੇ ਉਸ ਦੇਸ਼ ਦੇ ਵਿੱਚ ਹਾਲੇ ਵੀ ਫਸੇ ਹੋਏ ਹੈ ਤਾਂ ਸਰਕਾਰ ਉਹਨਾਂ ਨੂੰ ਜਲਦ ਤੋਂ ਜਲਦ ਵਾਪਸ ਲੈ ਕੇ ਆਵੇ, ਉਹਨਾਂ ਦੇ ਮਾਪਿਆਂ ਦੇ ਰੂਬਰੂ ਕਰਾਵੇ ਤਾਂ ਜੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਨੀਂਦ ਪੈ ਸਕੇ। ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਸ ਨਾਲ ਧੀਰਜ ਵਰਮਾ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹਨਾਂ ਨੇ ਦੱਸਿਆ ਔਰ ਬੀਤੇ ਦਿਨ ਹੀ ਇਹ ਵਾਪਸ ਯੂਕਰੇਨ ਤੋਂ ਭਾਰਤ ਪਰਤੇ ਸੀ। ਇਹਨਾਂ ਨੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ, ਕਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਜੰਗ ਦਾ ਮਾਹੌਲ ਬਣ ਰਿਹਾ ਹੈ ਔਰ ਇਹਨਾਂ ਨੇ ਆਪਣੀ ਫਲਾਈਟ ਵੀ ਬੁੱਕ ਕਰਾਈ ਹੋਈ ਸੀ। 26 ਤਰੀਕ ਦੀ ਇਹਨਾਂ ਨੇ ਫਲਾਈਟ ਬੁੱਕ ਕਰਾਈ ਸੀ, ਪਰ ਹਾਲਾਤ ਜਦੋਂ ਉੱਥੇ ਜੰਗ ਵਾਲੇ ਬਣ ਗਏ, ਜਦੋਂ ਰੂਸ ਦੇ ਵੱਲੋਂ ਯੂਕਰੇਨ ਤੇ ਹਮਲਾ ਕਰ ਦਿੱਤਾ ਗਿਆ 24 ਤਰੀਕ ਨੂੰ, ਤਾਂ ਉਸ ਤੋਂ ਬਾਅਦ ਫਲਾਈਟ ਵੀ ਕੈਂਸਲ ਹੋ ਗਈਆਂ ਇਹਨਾਂ ਦੀਆਂ। ਫਿਰ ਬਚਦੇ ਬਚਾਉਂਦੇ ਜਦੋਜਹਿਦ ਕਰਦੇ ਹੋਏ ਇਹ ਬਾਰਡਰ ਦੇ ਉੱਤੇ ਪਹੁੰਚੇ ਔਰ ਬਾਰਡਰ ਦੇ ਉੱਤੇ ਜੋ ਕੁਝ ਇਹਨਾਂ ਦੇ ਨਾਲ ਵਾਪਰਿਆ ਉਹ ਵੀ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਬਿਆਨ ਕੀਤਾ ਕਿ ਕਿਸ ਤਰ੍ਹਾਂ ਦੂਸਰੇ ਦੇਸ਼ ਦੇ ਜਿਹੜੇ ਸੁਰੱਖਿਆ ਬਲ ਸੀਗੇ ਜਾਂ ਜਿਹੜੀ ਉੱਥੇ ਫੌਜ ਲੱਗੀ ਹੋਈ ਸੀ ਜਾਂ ਹੋਰ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਸੀ ਤਾਂ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ, ਕੁੱਟਮਾਰ ਵੀ ਕੀਤੀ ਗਈ। ਇਹਨਾਂ ਨੇ ਦੱਸਿਆ ਕਿ ਲੜਕੀਆਂ ਦੇ ਨਾਲ, ਜੋ ਕਿ ਚੰਗੀ ਗੱਲ ਨਹੀਂ। ਜੇਕਰ ਕੋਈ ਮੁਸੀਬਤ ਦੇ ਵਿੱਚ ਫਸਿਆ ਤਾਂ ਫਿਰ ਜਿਹਦੇ ਕੋਲੇ ਹਥਿਆਰ ਹੈ, ਜਿਹਨੇ ਰੱਖਿਆ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਵਿਅਕਤੀ ਸੋਚਦਾ ਹੈ ਕਿ ਇਹ ਬੰਦਾ ਮੈਨੂੰ ਬਚਾ ਸਕਦਾ ਹੈ। ਪਰ ਜੇ ਉਹਦੇ ਵੱਲੋਂ ਇਸ ਤਰ੍ਹਾਂ ਦੀ ਵਿਵਹਾਰ ਕੀਤਾ ਜਾਂਦਾ ਹੈ, ਉਸ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ, ਤਾਂ ਫਿਰ ਇਸ ਤੋਂ ਮਾੜੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਪਰ ਹੁਣ ਮਾਪਿਆਂ ਦੇ ਕੋਲੇ ਪਹੁੰਚ ਗਏ ਹੈ, ਮਾਪਿਆਂ ਨੂੰ ਵੀ ਧਰਵਾਸਾ ਹੋਇਆ, ਮਾਪੇ ਵੀ ਖੁਸ਼ ਹੋਏ ਨੇ ਕਿ ਸਾਡਾ ਪੁੱਤ ਸਾਡੇ ਕੋਲ ਪਰਤਿਆ। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਬਾਕੀ ਜਿਹੜੇ ਵਿਦਿਆਰਥੀ ਉੱਥੇ ਰਹਿ ਗਏ ਨੇ ਉਹ ਵੀ ਜਲਦ ਤੋਂ ਜਲਦ ਭਾਰਤ ਪਰਤਣ ਆਪਣੇ ਮਾਪਿਆਂ ਦੇ ਕੋਲ, ਤਾਂ ਜੋ ਉਹਨਾਂ ਦੀ ਵੀ ਅੱਖਾਂ ਨੂੰ ਨੀਂਦ ਪਏ ਤੇ ਉਹਨਾਂ ਦਾ ਮਨ ਵੀ ਖੁਸ਼ ਹੋਏ। ਫਿਰ ਜੁੜਾਂਗੇ ਕਿਸੇ ਹੋਰ ਗੱਲਬਾਤ ਦੇ ਵਿੱਚ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਧੰਨਵਾਦ।